दैनिक सवेरा टीवी वेख रहे दर्शकों का स्वागत है। दर्शकों, इन दिनी जो पंजाब का माहौल बनया होया है उस जिथे अमृतपाल सिंह वो कित्थे है कित्थे नहीं, ये तो वड्डा चर्चा का विषय बनया ही होया है। सवाल तो वड्डा हर किसी के जहन च है ही है। हो सकता सरकार के या पुलिस के भी जहन च सवाल है। चलो वक्-वक् तरह दी थ्योरियां चल रही कि वह फड़ लिया सी, लुकोया होया है या हाले तक गिरफ्त तो बाहर है। पर इस दे नाल ही जो सब तो वड्डी चर्चा इस वक्त पंजाब के प्रपेख में हो रही है वह है नैशनल सिक्योरिटी एक्ट 1980 की, जो कि लगभग 2-2.5 दहाकिਆਂ ਤੋਂ ਬਾਅਦ ਪੰਜਾਬ 'ਚ ਵਰਤਿਆ ਗਿਆ ਹੈ ਇਸ ਕੇਸ ਦੇ ਵਿੱਚ, ਜਿਸ 'ਚ 3-4 ਜਣਿਆਂ ਨੂੰ ਫੜ ਕੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਸਣੇ ਉਹਦੇ ਚਾਚਾ ਨੂੰ ਫੜ ਕੇ ਅਸਾਮ ਜਾ ਕੇ ਜਿਹੜਾ ਬੰਦ ਕਰ ਦਿੱਤਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਆ ਵੱਖ-ਵੱਖ ਤਰ੍ਹਾਂ ਦੀਆਂ ਇਸ ਵਾਰ ਟੀਵੀ ਇੰਟਰਵਿਊਜ਼ ਵੀ ਸੁਣਨ ਨੂੰ ਵੇਖਣ ਨੂੰ ਮਿਲਦੀਆਂ ਨੇ। ਉਹਨਾਂ 'ਚ ਕਈ ਸਿੱਧੀਆਂ ਵੀ ਨੇ ਕਿ ਵੀ ਇਹ ਸਹੀ ਹੈ ਜਾਂ ਗਲਤ ਹੈ, ਪਰ ਜਿਹੜੀ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਉਹ ਅਸੀਂ ਇਹ ਥੋੜ੍ਹਾ ਜਿਹਾ ਸੋਚ ਕੇ ਕਰ ਰਹੇ ਹਾਂ ਕਿ NSA ਦੀਆਂ ਕਹਾਣੀਆਂ ਕੀ ਨੇ ਪੰਜਾਬ ਨੂੰ ਲੈ ਕੇ। ਪੰਜਾਬ ਦੇ ਸਬੰਧ ਦੇ ਵਿੱਚ NSA ਜਦੋਂ ਵਰਤੋਂ 'ਚ ਆਇਆ ਤਾਂ ਕੌਣ ਬੰਦੇ ਸੀ, ਕੌਣ ਵਿਅਕਤੀ ਸਨ, ਕਿਹੜੇ ਹਾਲਾਤ ਸਨ। ਤਾਂ ਇੱਕ ਬੜੀ ਹੀ ਮਹੱਤਵਪੂਰਨ ਕਹਾਣੀ ਸਾਡੇ ਹੱਥ ਲੱਗੀ ਹੈ, ਉਹ ਹੈ ਜੋ ਕਿ ਇਨੀ ਦਿਨੀ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਪਿਤਾ ਜੀ ਜੋ ਕਿ ਸਾਬਕਾ ਸਿੱਖਿਆ ਮੰਤਰੀ ਸਨ ਮਰਹੂਮ ਸੁਖਜਿੰਦਰ ਸਿੰਘ ਖਹਿਰਾ, ਉਹਨਾਂ ਦੇ ਉੱਤੇ NSA ਲੱਗਿਆ ਸੀ। ਉਹਨਾਂ ਦਾ ਕੇਸ, ਉਹਨਾਂ ਦੇ ਜੋ ਪਟੀਸ਼ਨਰ ਸੀ ਉਸ ਕੇਸ ਦੇ ਵਿੱਚ ਜੋ ਸ਼ਿਕਾਇਤ ਕੀਤੀ ਸੀ ਉਹ ਤਾਂ ਸੁਖਪਾਲ ਸਿੰਘ ਖਹਿਰਾ ਉਦੋਂ ਨੌਜਵਾਨ ਸਨ, ਰਾਜਨੀਤੀ ਵਿੱਚ ਸ਼ਾਇਦ ਨਹੀਂ ਆਏ ਸਨ, ਤੇ ਉਹਨਾਂ ਦਾ ਕੇਸ ਲੜਿਆ ਸੀਗਾ ਜੋ ਕਿ ਸਾਬਕਾ ਜੱਜ ਰਹੇ ਨੇ, ਬਹੁਚਰਚਿਤ ਜੱਜ ਜਸਟਿਸ ਰਣਜੀਤ ਸਿੰਘ ਉਹਨਾਂ ਨੇ। ਪਰ ਜਸਟਿਸ ਰਣਜੀਤ ਸਿੰਘ ਉਸ ਵਕਤ ਵਕੀਲ ਸਨ, ਪ੍ਰੈਕਟਿਸ ਕਰਦੇ ਸਨ। ਜਸਟਿਸ ਰਣਜੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਆਪਾਂ ਸਭ ਤੋਂ ਸ਼ੁਰੂਆਤ ਜਿਹੜੀ ਹੈ ਉਹ ਆਪਾਂ ਇਸ ਕਹਾਣੀ ਤੋਂ ਹੀ ਕਰਦੇ ਹਾਂ ਕਿ ਸੁਖਜਿੰਦਰ ਸਿੰਘ ਖਹਿਰਾ ਦੇ ਉੱਤੇ ਜਦੋਂ NSA ਲੱਗਿਆ ਸੀ, ਕਿਉਂ ਲੱਗਿਆ ਸੀ, ਕਿਵੇਂ ਫਿਰ ਕੇਸ ਲੜਿਆ ਗਿਆ ਸੀ, ਕਿਵੇਂ ਉਹਨਾਂ ਦੀ ਰਿਹਾਈ ਹੋਈ ਸੀ, ਕੀ ਉਦੋਂ ਹਾਲਾਤ ਸਨ। ਜੱਜ ਸਾਹਿਬ, ਤੁਹਾਡਾ ਸਵਾਗਤ ਹੈ ਜੀ ਦੈਨਿਕ ਸਵੇਰਾ 'ਚ। ਜੀ ਸ਼ੁਕਰੀਆ। ਮੈਂ ਥੋੜਾ ਜਿਹਾ ਰੌਚਕ ਬਣਾਉਣਾ ਚਾਹੁੰਦਾ ਇਸ ਗੱਲਬਾਤ ਨੂੰ, ਮੈਂ ਉਹ ਰਿਕਾਲ ਕਰਨਾ ਚਾਹੁੰਦਾ ਸਾਰੀ ਜਿਹੜੀ ਉਹ ਇਨਸੀਡੈਂਟ ਹੈ ਜਦੋਂ ਸੁਖਜਿੰਦਰ ਸਿੰਘ ਖਹਿਰਾ ਦੇ ਉੱਤੇ ਲੱਗਿਆ ਸੀ NSA, ਤੇ ਤੁਸੀਂ ਨੌਜਵਾਨ ਵਕੀਲ ਸੋ ਤੇ ਤੁਸੀਂ ਕੇਸ ਲੜਿਆ ਸੀ। ਇਸ ਤਰ੍ਹਾਂ ਦੀ ਗੱਲ ਹੈ ਜੀ, ਉਦੋਂ ਇੱਥੇ ਗਵਰਨਰ ਰਾਜ ਸੀ ਪੰਜਾਬ ਦੇ ਵਿੱਚ। ਆਈ ਥਿੰਕ ਸੁਦਾਰਥ ਸ਼ੰਕਰ ਰੇ ਗਵਰਨਰ ਸੀ। 1985 86 87 ਦੀਆਂ ਗੱਲਾਂ ਹੋਣਗੀਆਂ ਜੀ। ਨਹੀਂ, 87 ਤੋਂ ਬਾਅਦ ਦੀ ਗੱਲ ਹੈ ਮੇਰਾ ਖਿਆਲ। ਬਰਨਾਲਾ ਸਰਕਾਰ ਤੋਂ ਬਾਅਦ ਦੀ। ਹਾਂ, ਬਰਨਾਲਾ ਸਰਕਾਰ ਤੋਂ ਬਾਅਦ ਦੀ ਗੱਲ ਹੈ ਜੀ। ਇੱਕ ਅਕਾਲੀ ਦਲ ਨੇ ਇੱਥੇ ਇੱਕ ਧਰਨਾ ਕੀਤਾ ਸੀ ਜਾਂ ਡੈਮੋਨਸਟ੍ਰੇਸ਼ਨ ਕੀਤੀ ਸੀ ਚੰਡੀਗੜ੍ਹ। ਉਦੋਂ ਸ਼੍ਰੋਮਣੀ ਅਕਾਲੀ ਦਲ ਸੀਗੇ। ਹਾਂਜੀ, ਸ਼੍ਰੋਮਣੀ ਅਕਾਲੀ ਦਲ ਸੀ। ਸੁਖਜਿੰਦਰ ਸਿੰਘ ਖਹਿਰਾ ਹੋਰੀ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੌੜਾ, ਕੁਲਦੀਪ ਸਿੰਘ ਵਡਾਲਾ, ਸੁਦੇਗ ਸਿੰਘ ਢੀਂਡਸਾ, ਸਰਦਾਰ ਸੁਖਜਿੰਦਰ ਸਿੰਘ, ਇਹ ਹਾਲੀ ਅਕਾਲੀ ਵਰਕਰ ਨੇ ਇੱਕ ਚੰਡੀਗੜ੍ਹ 'ਚ ਮੁਜ਼ਾਹਰਾ ਕੀਤਾ ਸੀ ਕੁਝ ਅਗੇਂਸਟ ਕੁਝ ਗਵਰਨਮੈਂਟ ਵੇਲੇ ਕਹਿ ਲਓ ਜਾਂ ਕਿਸ ਤਰ੍ਹਾਂ ਕਹਿ ਲਓ, ਐਜੀਟੇਸ਼ਨ ਜੋ ਹਾਲਾਤ ਸੀ ਉਦੋਂ ਬੜੇ ਹੋਏ, ਜਦੋਂ ਹਾਲਾਤ ਬਣੇ ਹੋਏ ਸੀ। ਇਹਨਾਂ ਨੂੰ ਸਾਰਿਆਂ ਨੂੰ ਪਕੜ ਕੇ ਤੇ ਬੜੈਲ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ। ਉਹ ਬਿਕੋਜ਼ 144 ਜਾਂ 157 ਜਾਂ ਜੋ ਕੁਝ ਵੀ ਲੌੜੀ ਸੀ ਲਾ ਕੇ, ਧਾਰਾ ਲਾ ਕੇ ਜੀ, ਇਹਨਾਂ ਨੂੰ ਕੁਝ ਦਿਨ ਇੱਥੇ ਰੱਖਿਆ ਗਿਆ ਬੜੈਲ ਜੇਲ੍ਹ ਦੇ ਵਿੱਚ। ਤੇ ਕੁਝ ਦਿਨਾਂ ਬਾਅਦ, ਕੋਈ ਮੇਰਾ ਖਿਆਲ 5-7-10 ਦਿਨ ਬਾਅਦ, ਫਿਰ ਇੰਟੀਮੇਸ਼ਨ ਮਿਲੀ ਕਿ ਇਹਨਾਂ ਨੂੰ ਗੁਰਚਰਨ ਸਿੰਘ ਤੌੜਾ ਜੀ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸਰਦਾਰ ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਵਡਾਲਾ, ਇਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਇਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ। ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀ ਤੇ ਅਸੀਂ ਬਹੁਤ ਅਰਲੀ ਮਾਰਨਿੰਗ 'ਚ 에ਅਰਪੋਰਟ ਤੇ ਜਾ ਕੇ ਮਿਲੇ ਸੀ। ਉੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਸੀ, ਸਰਦਾਰ ਸੁਖਜਿੰਦਰ ਲੈ ਕੇ ਜਾ ਰਹੇ ਸੀ ਉਦੋਂ ਉਹਨਾਂ ਨੂੰ। ਹਾਂ, ਉਹਨਾਂ ਨੂੰ ਇੰਟੀਮੇਸ਼ਨ ਸਾਨੂੰ ਮਿਲੀ ਸੀ, ਸਮਾਨ ਸਮੂਨ ਦੇਣ ਵਾਸਤੇ ਉਹਨਾਂ ਦਾ ਆਇਆ ਵੀ ਅਸੀਂ, ਸਾਨੂੰ ਲੈ ਕੇ ਜਾ ਰਹੇ ਸੀ। ਉਦੋਂ ਉਹਨਾਂ ਤੇ NSA ਲਾਇਆ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਮੱਧ ਪ੍ਰਦੇਸ਼ 'ਚ ਕਿਤੇ ਰੈਸਟ ਹਾਊਸ 'ਚ ਰੱਖਿਆ ਸੀ। ਜੀ, ਨਜ਼ਰਬੰਦ ਕੀਤਾ ਸੀ। ਹਾਂਜੀ, ਨਜ਼ਰਬੰਦ ਕੀਤਾ ਸੀ। ਗੁਰਚਰਨ ਸਿੰਘ ਤੌੜਾ ਉਹਨਾਂ ਨੂੰ ਮੇਰਾ ਖਿਆਲ ਮੱਧ ਪ੍ਰਦੇਸ਼ ਦੇ ਵਿੱਚ ਜੇਲ੍ਹ 'ਚ ਰੱਖਿਆ ਸੀ। ਸਰਦਾਰ ਸੁਖਜਿੰਦਰ ਸਿੰਘ ਨੂੰ ਉਹਨਾਂ ਨੇ ਅਗਰਤਲਾ ਜੇਲ੍ਹ 'ਚ ਟ੍ਰਾਂਸਫਰ ਕਰਤਾ ਸੀ ਆਪਣਾ, ਬਹੁਤ ਜਿਹੜੀ ਦੂਰ ਪੈਂਦੀ ਸੀ। ਤੇ ਸਰਦਾਰ ਕੁਲਦੀਪ ਸਿੰਘ ਵਡਾਲਾ ਉਹਨਾਂ ਨੂੰ ਵੀ ਸ਼ਾਇਦ ਲੱਗਿਆ ਸੀ ਟੈਂਸ਼ਨ, ਪਰ ਉਹਨਾਂ ਦੀ ਸ਼ਾਇਦ ਬੋਰਡ ਨੇ ਐਡਵਾਈਜ਼ ਕੀਤਾ ਸੀ, ਮੈਨੂੰ ਯਾਦ ਨਹੀਂ ਆਫ ਹੈਂਡ, ਪਰ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ, ਜਲਦੀ ਛੱਡ ਦਿੱਤਾ ਗਿਆ ਸੀ। ਉਹ ਫਿਰ ਇਹ ਜਦੋਂ NSA ਲੱਗਿਆ ਤੇ ਉਦੋਂ ਅਸੀਂ ਜਿਹੜਾ ਸੀ ਆਪਣਾ ਲੀਗਲ ਰਾਈਟਸ ਐਕਸਰਸਾਈਜ਼ ਕਰਦੇ ਹੋਏ। ਜੀ, ਤੁਸੀਂ ਉਦੋਂ ਪ੍ਰੈਕਟਿਸ ਕਰਦੇ ਸੀ ਪੰਜਾਬ ਤੇ ਹਰਿਆਣਾ? ਮੈਂ ਪੰਜਾਬ ਬਤੌਰ ਵਕੀਲ ਪ੍ਰੈਕਟਿਸ। ਹਾਂਜੀ, ਮੈਂ ਵਕੀਲ ਸੀਗਾ। ਤੇ ਖਹਿਰਾ ਸਾਹਿਬ ਉਦੋਂ, ਸੁਖਪਾਲ ਸਿੰਘ ਖਹਿਰਾ ਵਿਦਿਆਰਥੀ ਸੀ? ਨਹੀਂ, ਇਹ ਬਿਲਕੁਲ ਯੰਗ ਮੈਟਲ ਸਟੂਡੈਂਟ ਸੀ ਉਦੋਂ ਜਦੋਂ ਦੀ ਇਹ ਗੱਲ ਹੈਗੀ। ਜੀ। ਇਹ ਮੇਰੇ ਖਿਆਲ ਸ਼ਾਇਦ ਸਟੱਡੀ ਫਿਨਿਸ਼ ਕੀਤੀ ਸੀ ਉਦੋਂ ਦੀ ਗੱਲ ਹੈ, ਜਾਂ ਅਜੇ ਐਕਟਿਵ ਪੋਲਿਟਿਕਸ ਵਿੱਚ ਨਹੀਂ ਸੀਗੇ। ਉਹਨਾਂ ਕੇ ਆਪਣੇ ਫਾਦਰ ਦੀ ਕੋਈ ਮਦਦ ਕਰਦੇ ਸੀ। ਤੇ ਉਹ ਅਸੀਂ ਸਵੇਰੇ ਜਾ ਕੇ ਦੋਨੇ ਅਸੀਂ ਮਿਲੇ ਸੀ ਇਹਨਾਂ ਨੂੰ 에ਅਰਪੋਰਟ ਤੇ, ਮੈਨੂੰ ਅਜੇ ਤੱਕ ਯਾਦ ਹੈ।
ਤੇ ਇਹਨਾਂ ਨੂੰ ਸਮਾਨ ਸਮੂਨ ਜੋ ਚਾਹੀਦਾ ਸੀ ਅਸੀਂ ਦਿੱਤਾ। ਫਿਰ ਇਹਨਾਂ ਨੂੰ ਬਾਈ 에ਅਰ ਲੈ ਗਏ ਸੀ ਵੱਖਰੀ ਵੱਖਰੀ ਜਗ੍ਹਾ ਤੇ ਇਹਨਾਂ ਨੂੰ ਡਿਟੇਨ ਕੀਤਾ ਸੀ ਜੀ। ਉਹ ਫਿਰ ਅਸੀਂ ਉਦੋਂ ਚੈਲੰਜ ਕੀਤੀ ਸੀ ਉਹ ਡਿਟੈਂਸ਼ਨ ਵੇਰੀਅਸ ਗਰਾਊਂਡਸ ਦੇ ਉੱਤੇ। ਹਾਂ ਸਵੇਰੇ ਫਿਰ ਅਸੀਂ ਉਹਨਾਂ ਨੂੰ 에ਅਰਪੋਰਟ ਤੇ ਮਿਲੇ ਸੀ ਜਾ ਕੇ ਤੇ ਉਹਨਾਂ ਨੂੰ ਸਮਾਨ ਸਮੂਨ ਜੋ ਦਿੱਤਾ ਸੀ ਤੇ ਫਿਰ ਉਹਨਾਂ ਨੂੰ ਅਗਰਤਲਾ ਲੈ ਗਏ ਸੀ। ਮੈਂ ਦੱਸਣਾ ਚਾਹੁੰਦਾ ਕਿ ਇੱਕ ਜਦੋਂ ਤੁਸੀਂ ਕਿਸੇ ਨੂੰ ਡਿਟੇਨ ਕਰਕੇ ਦੋ NSA ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ ਤੁਸੀਂ ਡਿਟੇਨ ਕਰਕੇ ਉਹਨੂੰ ਸਟੇਟ 'ਚ ਰੱਖ ਸਕਦੇ ਹੋ ਡੈਟੀਨਿਊ ਨੂੰ ਜੀ, ਜਾਂ ਤੁਸੀਂ ਉਹਨੂੰ ਸਟੇਟ ਤੋਂ ਬਾਹਰ ਵੀ ਲੈ ਕੇ ਜਾ ਸਕਦੇ ਹੋ ਜੀ। ਪਰ ਸਟੇਟ ਤੋਂ ਬਾਹਰ ਲੈ ਕੇ ਜਾਣਾ ਜਿਹੜਾ ਨਾ ਉਹ ਇੱਕ ਬਹੁਤ ਹੀ ਇਨ ਇਟਸੈਲਫ ਅ ਪਨਿਸ਼ਮੈਂਟ। ਉਹ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਯਾਦ ਹੈ, ਮੈਨੂੰ ਯਾਦ ਹੈ ਉਸ ਵੇਲੇ ਜੀ, ਅਗਰਤਲਾ ਜਾਣਾ ਇੱਕ ਵੱਡੀ ਮੁਸੀਬਤ ਸੀ। ਜੇ ਤੁਸੀਂ ਬਾਏ ਟ੍ਰੇਨ ਜਾਂ ਬਾਏ ਰੋਡ ਜਾਂ ਕਿਸੇ ਤਰੀਕੇ ਐਕਸਟ੍ਰੀਮ ਨਾਰਥ ਈਸਟ ਆ। ਹਾਂ ਡਿਬਰੂਗੜ੍ਹ ਤਾਂ ਫਿਰ ਵੀ ਪਹਿਲਾਂ ਆ ਜਾਂਦਾ ਸ਼ਾਇਦ। ਉੱਥੇ ਜਾਣ ਵਾਸਤੇ ਤੁਹਾਨੂੰ ਬਾਈ 에ਅਰ ਤੋਂ ਇਲਾਵਾ ਕੋਈ ਤਰੀਕਾ ਨਹੀਂ, ਅਦਰਵਾਇਜ਼ 7 ਦਿਨ ਲੱਗਦੇ ਸੀ। ਬੰਗਲਾਦੇਸ਼ ਦੇ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਸੀ ਜੇ ਤੁਸੀਂ ਬਾਈ ਟ੍ਰੇਨ ਜਾਂ ਬਾਈ ਕੋਈ ਹੋਰ ਰੂਟ ਲੈਣਾ। ਜੀ। ਤੇ ਇੱਥੋਂ ਜਾਣਾ ਤੇ ਪਹਿਲਾਂ ਸਾਨੂੰ ਜਾ ਕੇ ਇੱਥੋਂ ਫਲਾਈ ਕਰਕੇ ਕੈਲਕਟਾ ਜਾਣਾ ਪੈਂਦਾ ਸੀ। ਫਿਰ ਕੈਲਕਟਾ ਤੋਂ ਰਾਤ ਰਹਿ ਕੇ ਫਿਰ ਅਗਲੇ ਦਿਨ ਅਗਰਤਲਾ ਦੀ ਫਲਾਈਟ ਲੈ ਕੇ ਜਾਣਾ ਪੈਂਦਾ ਸੀ। ਫਿਰ ਉੱਥੇ ਰਹਿਣਾ, ਉੱਥੇ ਦਾ ਕਲਚਰ, ਉੱਥੇ ਦਾ ਖਾਣਾ ਪੀਣਾ ਉਹ ਬਿਲਕੁਲ ਹੀ ਡਿਫਰੈਂਟ ਹੈ ਜਿਹੜਾ ਕਿ ਇੱਕ ਨਾਰਥਰਨ ਇੰਡੀਆ ਖਾ ਹੀ ਨਹੀਂ ਸਕਦਾ। ਸਿਮਿਲਰਲੀ ਵੁੱਡ ਬੀ ਸਿਚੁਏਸ਼ਨ ਜੇ ਤੁਸੀਂ ਕਿਸੇ ਨੂੰ ਆਪਣੇ ਪੰਜਾਬ ਲੈ ਆਓ। ਅੱਛਾ, ਉਹਦੇ 'ਚ ਨਾ ਤੁਹਾਨੂੰ ਜਦੋਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ NSA ਐਕਟ ਦੀ ਵਾਇਓਲੇਸ਼ਨ ਜਦੋਂ ਪਹਿਲੀ ਵਾਰੀ ਚੈਲੰਜ ਹੋਈ ਸੀ, AK ਰॉय ਕਰਕੇ ਇੱਕ ਵੈਸਟ ਬੰਗਾਲ ਦੇ ਬੰਦੇ ਸੀਗੇ, ਉਹਨਾਂ ਨੇ ਇਹ ਕਨਸਟੀਟਿਊਸ਼ਨਲ ਵੈਲਿਡਿਟੀ ਇਸ ਐਕਟ ਦੀ ਚੈਲੰਜ ਕੀਤੀ ਸੀ ਜੀ ਕਿ ਇਹ ਸੰਵਿਧਾਨਕ ਤੌਰ ਤੇ ਯੋਗ ਹੀ ਨਹੀਂ ਹੈਗਾ ਐਕਟ, ਇਹ ਕਿਹਾ ਸੀ ਉਹਨਾਂ ਨੇ। ਹਾਂਜੀ ਜੀ। ਉਹਦੇ ਵਿੱਚ ਇੱਕ ਜਿਹੜੀ ਗਰਾਊਂਡ ਉਹਨਾਂ ਨੇ ਲਈ ਸੀ ਨਾ ਉਹ ਆ ਲਈ ਸੀ ਕਿ ਇਹਦੇ 'ਚ ਪ੍ਰੋਵੀਜ਼ਨ ਹੈਗਾ ਕਿ ਤੁਸੀਂ ਬੰਦੇ ਨੂੰ ਆਪਣੀ ਸਟੇਟ ਤੋਂ ਚੁੱਕ ਕੇ ਕਿਸੇ ਦੂਜੀ ਸਟੇਟ 'ਚ ਲੈ ਕੇ ਜਾ ਸਕਦੇ ਦੇਸ਼ ਦੇ ਕਿਸੇ ਵੀ ਕੋਨੇ ਤੇ ਲਿਜਾ ਸਕਦੇ। ਹੋ। ਉਹਨਾਂ ਨੇ ਇਹ ਗਰਾਊਂਡ ਕਿਹਾ ਸੀ ਕਿ ਉਸ ਜਗ੍ਹਾ ਤੇ ਕਿਸੇ ਰਿਸ਼ਤੇਦਾਰ ਦਾ ਮਿਲਣਾ, ਕਿਸੇ ਰਿਸ਼ਤੇਦਾਰ ਦਾ ਜਾਣਾ ਉਹ ਇੱਕ ਇੰਨਾ ਕੰਬਰਸਮ ਹੈ। ਔਰ ਇਹ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਹੈ ਇਟ ਬਿਕਮਸ ਟੇਕ ਦੀ ਸ਼ੇਪ ਆਫ ਅ ਪਿਊਨਿਟਿਵ ਡਿਟੈਂਸ਼ਨ। ਜੇ ਤੁਸੀਂ ਕਿਸੇ ਨੂੰ ਬੰਦੇ ਨੂੰ ਇੱਕ ਗਰਾਊਂਡ ਸੀ, ਹੋਰ ਵੀ ਗਰਾਊਂਡਸ ਕਈ ਸੀਗੀਆਂ ਜੀ, ਜੀ, ਚੈਲੰਜ ਦੀਆਂ, ਤਾਂ ਇਹਦੀ ਵੈਲਿਡਿਟੀ ਦਾ ਅਪਹੋਲਡ ਕਰਦੀ ਸੀ ਸੁਪਰੀਮ ਕੋਰਟ ਨੇ, ਥਿੰਕਿੰਗ ਦੈਟ ਦੇਰ ਆਰ ਸਫੀਸ਼ੀਐਂਟ ਸੇਫਗਾਰਡਸ। ਤਾਂ ਜਿਹੜਾ ਬੰਦੇ ਨੂੰ ਇੱਕ ਆਪਣੀ ਸੁਸਾਇਟੀ ਤੋਂ ਪੁੱਟ ਕੇ ਲੈ ਜਾਣਾ, ਇੱਕ ਆਰਡੀਨਰੀ ਆਦਮੀ ਜਿਹੜਾ ਉਹਦੇ ਵਾਸਤੇ, ਉਹਦੇ ਰਿਸ਼ਤੇਦਾਰ ਵਾਸਤੇ ਉਹਦੇ ਵਾਸਤੇ ਲੁੱਕ ਆਫਟਰ ਕਰਨਾ, ਉਹਦੀ ਲੀਗਲ ਰੈਮਡੀਜ਼ ਨੂੰ ਕਿਸ ਤਰ੍ਹਾਂ ਦੇਖਣਾ, ਇਹ ਸਾਰਾ ਇੰਨਾ ਕੰਬਰਸਮ ਹੋ ਜਾਂਦਾ, ਇੰਨਾ ਡਿਫਿਕਲਟ ਹੋ ਜਾਂਦਾ ਇੱਕ ਆਰਡੀਨਰੀ ਆਦਮੀ ਵਾਸਤੇ। ਔਰ ਇੰਨਾ ਖਰਚਾ ਕਰਕੇ ਜਾਣਾ ਉੱਥੇ ਤੱਕ, ਉਹ ਤਾਂ ਪੱਲਿਓ ਹੀ ਪੈਣਾ ਬੰਦੇ ਨੂੰ। ਹਾਂਜੀ, ਸਾਰਾ ਕੁਝ ਉਹ ਤਾਂ ਕਿਸੇ ਨੇ ਕੰਪਨਸੇਟ ਨਹੀਂ ਕਰਨਾ। ਹਾਂਜੀ। ਤੇ ਅਸੀਂ ਜਦੋਂ ਇਕੱਲੇ ਬੰਦੇ ਨੂੰ ਸਜ਼ਾ ਨਹੀਂ, ਉਹਦੇ ਪਰਿਵਾਰ ਨੂੰ ਵੀ ਸਜ਼ਾ ਹੈ ਜੀ। ਉਹ ਫਾਈਨੈਂਸ਼ੀਅਲ ਵੀ ਹੋ ਸਕਦੀ ਹੈ, ਸਾਰੇ ਤਰ੍ਹਾਂ ਦੀ ਹੋ ਸਕਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਤੁਸੀਂ ਅਗਰਤਲਾ ਗਏ, ਤੁਸੀਂ ਯਕੀਨ ਮੰਨਣਾ ਅਸੀਂ ਫਰੂਟ ਤੋਂ ਸਿਵਾਏ ਉੱਥੇ ਕੁਝ ਖਾ ਨਹੀਂ ਸਕੇ। ਕੌਣ ਗਏ ਸੀ ਅਗਰਤਲਾ? ਮੈਂ ਤੇ ਸੁਖਪਾਲ ਗਏ ਸੀ। ਦੋਵੇਂ ਗਏ ਸੀ, ਬਾਈ 에ਅਰ ਗਏ ਸੀ। ਬਾਈ 에ਅਰ ਗਏ ਸੀ ਅਸੀਂ, ਰਾਤ ਇੱਥੋਂ ਫਲਾਈ ਕੀਤਾ ਸੀ। ਅਸੀਂ 2 ਵਾਰੀ ਗਏ ਸੀ ਉਹਨਾਂ ਨੂੰ ਮਿਲਣ ਉੱਥੇ ਜੀ, ਅਗਰਤਲਾ। ਜੀ। ਇੱਕ ਵਾਰੀ ਅਸੀਂ ਕੈਲਕਟਾ ਜਾ ਕੇ ਰਾਤ ਹਰ ਵਾਰੀ ਰਹਿੰਦੇ ਸੀ, ਉੱਥੋਂ ਫਿਰ ਅਗਲੇ ਦਿਨ ਫਲਾਈ ਕਰਕੇ ਜਾਂਦੇ ਸੀ, ਉੱਥੇ ਹੋਟਲ 'ਚ ਰਹਿਣਾ ਸੀ। ਮੈਨੂੰ ਯਾਦ ਹੈ ਸੁਖਪਾਲ ਨੂੰ ਉੱਥੇ ਇੱਕ ਵਾਰੀ ਬਹੁਤ ਟੈਂਪਰੇਚਰ ਵੀ ਹੋ ਗਿਆ, ਹੀ ਕੁਡ ਨਾਟ ਈਟ ਐਨੀਥਿੰਗ। ਮਤਲਬ ਅਸੀਂ ਮਿਲਣ ਗਏ ਸੀ ਜਦੋਂ ਉਹਨਾਂ ਨੂੰ ਉੱਥੇ ਨਾ, ਉੱਥੋਂ ਦਾ ਖਾਣਾ ਜਿਹੜਾ ਸੀ ਨਾ ਉਹ ਮਤਲਬ ਤੁਸੀਂ ਯਕੀਨ ਮੰਨਣਾ ਕਿ ਸਾਡਾ ਟੇਸਟ ਕੁਝ ਇੰਟਾਇਰਲੀ ਡਿਫਰੈਂਟ ਹੈ, ਉਹਨਾਂ ਦਾ ਡਿਫਰੈਂਟ ਹੈ। ਮੈਨੂੰ ਯਾਦ ਹੈ ਅਸੀਂ ਅੰਡਾ ਆਰਡਰ ਕੀਤਾ ਸੀ, ਐਗ ਆਰਡਰ ਕੀਤਾ ਸੀ, ਉਹ ਪਤਾ ਨਹੀਂ ਕਿੱਦਾਂ ਦਾ ਐਗ ਸੀ, ਅਸੀਂ ਆਮਲੇਟ ਵੀ ਨਹੀਂ ਸੀ ਖਾ ਸਕੇ। ਮਤਲਬ ਡਿਫਰੈਂਟ ਟਾਈਪ ਆਫ ਉਹਨਾਂ ਦੀ ਕੁਜ਼ੀਨ ਸੀਗੀ। ਹਰ ਥਾਂ ਦੀ ਆਪਣੀ ਹੁੰਦੀ ਹੈ। ਤੇ ਅਸੀਂ ਸਿਰਫ ਉੱਥੋਂ ਇਹ ਸੀ ਵੀ ਫਰੂਟ ਲੈ ਕੇ ਤੇ ਫਿਰ ਫਰੂਟ ਖਾ ਕੇ ਜਾਂ ਹੋਰ ਕੋਈ ਬ੍ਰੈਡ ਲੈ ਲਈ ਜਾਂ ਇਸ ਤਰ੍ਹਾਂ ਦਾ ਕਰਕੇ ਅਸੀਂ ਗੁਜ਼ਾਰਾ ਕੀਤਾ ਸੀ ਉਸ। ਸੋ ਇਹ ਬੜਾ ਡਿਫਿਕਲਟ ਹੈ ਜਦੋਂ ਬੰਦੇ ਨੂੰ ਤੁਸੀਂ ਇੱਕ ਜਗ੍ਹਾ ਤੋਂ ਆਪਣੀ ਸੁਸਾਇਟੀ 'ਚੋਂ ਪੁੱਟ ਕੇ ਕਿਸੇ ਹੋਰ ਜਗ੍ਹਾ 'ਤੇ ਲੈ ਜਾਂਦੇ ਹੋ, ਜਿਹਦੇ ਨਾਲ ਉੱਥੇ ਖਾਣਾ ਪੀਣਾ ਸਾਂਝ ਨਹੀਂ, ਰਿਸ਼ਤੇਦਾਰਾਂ ਦਾ ਆਉਣਾ ਜਾਣਾ ਮੁਸ਼ਕਿਲ ਹੈ, ਵਕੀਲ ਦਾ ਆਉਣਾ ਜਾਣਾ ਮੁਸ਼ਕਿਲ ਹੈ। ਅਸੀਂ ਤਾਂ ਚਲੋ ਮੈਂ ਫੈਮਿਲੀ ਮੈਂਬਰ ਸੀ ਤੇ ਅਸੀਂ ਤਾਂ ਸਾਰਾ ਕੁਝ ਕੀਤਾ। ਤੁਹਾਡੇ ਉਹ ਸਹੁਰਾ ਸਾਹਿਬ ਸੀਗੇ? ਹਾਂਜੀ, ਮੇਰੇ ਰਿਸ਼ਤੇਦਾਰ ਕਲੋਜ਼ ਰਿਲੇਟਡ ਸੀ। ਜੀ, ਜੀ, ਜੀ। ਤਾਂ ਸਾਡੇ ਵਾਸਤੇ ਤਾਂ ਘਰ ਦਾ ਕੰਮ ਸੀਗਾ, ਪਰ ਅਦਰਵਾਈਜ਼ ਆਮ ਆਰਡੀਨਰੀ ਆਦਮੀ ਵਾਸਤੇ ਵੈਰੀ ਡਿਫਿਕਲਟ। ਕਿੰਨੇ ਦਿਨ ਸੁਖਜਿੰਦਰ ਸਿੰਘ ਖਹਿਰਾ ਉਹਨਾਂ ਨੂੰ ਉੱਥੇ ਰੱਖਿਆ ਗਿਆ ਅਗਰਤਲਾ ਜੇਲ੍ਹ 'ਚ? ਉਦੋਂ ਅਗਰਤਲਾ ਜੇਲ੍ਹ 'ਚ ਮੈਨੂੰ ਯਾਦ ਹੈ ਜੀ, ਉਹ ਡਿਟੈਂਸ਼ਨ ਨਾ ਅਲਟੀਮੇਟਲੀ ਕੁਐਸ਼ ਹੋਈ ਸੀ। ਜੀ, ਹਾਂਜੀ, ਉਹ ਕੁਐਸ਼ ਹੋਈ ਸੀ। ਹਾਂਜੀ, ਕੁਐਸ਼ ਹੋਈ ਸੀ। ਕਿਉਂਕਿ ਜਿਹੜਾ 3 ਮਹੀਨੇ ਬਾਅਦ ਜਿਹੜਾ ਐਡਵਾਈਜ਼ਰੀ ਬੋਰਡ ਬੈਠਿਆ ਉਹਨੇ ਵੀ ਨਹੀਂ ਰਿਮੂਵ ਕੀਤੀ। ਨਹੀਂ, ਉਹਨਾਂ ਨੇ ਨਹੀਂ ਸੀ ਰਿਮੂਵ ਕੀਤੀ। ਮੈਂ ਤੁਹਾਨੂੰ ਮੇਰੇ ਖਿਆਲ ਮੈਂ ਜੇ ਕਰੈਕਟਲੀ ਯਾਦ ਕਰਦਾ ਜੀ, ਤੇ ਉਹਨਾਂ ਨੂੰ ਜਦੋਂ ਅਗਰਤਲਾ 'ਚ ਐਡਵਾਈਜ਼ਰੀ ਬੋਰਡ ਵਾਸਤੇ ਜਾਣਾ ਗਿਆ ਸੀ ਤੇ ਐਡਵਾਈਜ਼ਰੀ ਬੋਰਡ ਨੇ ਕਿਹਾ ਜੀ ਉਹਨਾਂ ਨੂੰ ਤੁਸੀਂ ਮੱਧ ਪ੍ਰਦੇਸ਼ ਲੈ ਆਓ ਜੀ, ਜਿੱਥੇ ਉਹਨਾਂ ਨੂੰ ਬਾਕੀ ਡਿਟੇਨੀ ਸੀ ਰੱਖਿਆ ਸੀ ਵੀ ਉੱਥੇ। ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹਾਂਗਾ, ਗੱਲ ਕੰਟੀਨਿਊ ਰੱਖਾਂਗੇ।
ਜਿਸ ਤਰ੍ਹਾਂ ਐਨਐਸਏ ਦੇ ਵਿੱਚ ਹੁਣ 4 ਬੰਦਿਆਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ, ਉਦੋਂ ਜਿਹੜਾ ਅਕਾਲੀ ਦਲ ਦੇ ਇਹਨਾਂ ਆਗੂਆਂ ਨੂੰ ਸਣੇ ਤੁਹਾਡੇ ਸਹੁਰਾ ਸਾਹਿਬ ਸੁਖਜਿੰਦਰ ਸਿੰਘ ਖਹਿਰਾ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਭੇਜ ਦਿੱਤਾ। ਜਿਹੜਾ ਐਡਵਾਈਜ਼ਰੀ ਬੋਰਡ ਬੈਠਣਾ ਉਹ ਕਿੱਥੇ ਬੈਠਣਾ, ਇਹ ਵੀ ਕੋਈ ਨਿਸ਼ਚਿਤ ਹੈ ਇਸ ਐਨਐਸਏ 1980 ਦੇ ਵਿੱਚ ਜਾਂ ਫਿਰ ਇਹਦੇ ਪ੍ਰੋਸੀਜਰ ਦੇ ਵਿੱਚ ਸਾਰੇ 'ਚ? ਨਾਰਮਲੀ ਐਡਵਾਈਜ਼ਰੀ ਬੋਰਡ ਨਾ ਡੈਟੀਨਿਊ ਕੋਲ ਜਾਂਦਾ ਸੀ ਜੇਲ੍ਹ ਦੇ ਵਿੱਚ, ਉੱਥੇ ਜਾਏਗਾ। ਹਾਂਜੀ। ਯਾਨੀ ਕਿ ਹੁਣ ਐਡਵਾਈਜ਼ਰੀ ਬੋਰਡ ਜਾਏਗਾ ਤਾਂ ਨਹੀਂ, ਅਗਰ ਰਿਕੁਆਇਰਮੈਂਟ ਨਹੀਂ ਹੈ, ਡਿਬਰੂਗੜ੍ਹ ਜਾਏਗਾ। ਰਿਕੁਆਇਰਮੈਂਟ ਤੇ ਹੈਗੀ ਆ ਕਿ ਡੈਟੀਨਿਊ ਨੂੰ ਐਡਵਾਈਜ਼ਰੀ ਬੋਰਡ ਤੇ ਪੇਸ਼ ਕੀਤਾ ਜਾਵੇ। ਹਾਂ, ਜਾਂ ਉਹਨਾਂ ਨੂੰ ਇੱਥੇ ਲਿਆ ਕੇ ਪੇਸ਼ ਕਰ ਦਿਓ ਜਾਂ ਜਿਹੜਾ ਬੋਰਡ ਹੈ ਉੱਥੇ ਚਲਾ ਜਾਵੇ। ਬੋਰਡ ਉੱਥੇ ਜਾਣਾ ਨਹੀਂ ਹੈ। ਦੇਖੋ ਨਾ ਤੁਸੀਂ, ਕੋਰਟ ਅਕਿਊਜ਼ ਕੋਲ ਨਹੀਂ ਜਾਂਦਾ ਜਾਂ ਡੈਟੀਨਿਊ ਕੋਲ ਨਹੀਂ ਜਾਂਦਾ। ਹਾਂ, ਇਹ ਤਾਂ ਡੈਟੀਨਿਊ ਨੂੰ ਹਮੇਸ਼ਾ ਹੀ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਹੁੰਦਾ। ਪਰ ਇਹ ਐਕਸੈਪਸ਼ਨ ਕ੍ਰੀਏਟ ਕੀਤੀ ਸੀ ਇਹਨਾਂ ਨੇ ਉਦੋਂ ਵੀ, ਇਹਨਾਂ ਸਾਰਿਆਂ ਨੂੰ। ਅੱਛਾ, ਉਹਨਾਂ ਨੂੰ ਅਗਰਤਲਾ ਚੋਂ ਇਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਆਰਡਰ ਭੇਜਿਆ ਵੀ ਉਹਨਾਂ ਨੂੰ ਮੱਧ ਪ੍ਰਦੇਸ਼ ਚ ਲੈ ਆਓ, ਜਿੱਥੇ ਉੱਥੇ ਐਡਵਾਈਜ਼ਰੀ ਬੋਰਡ ਜਾਊਗਾ, ਸਾਰਿਆਂ ਦੀ ਸੁਣਾਈ। 3 ਮਹੀਨੇ ਦੀ ਡਿਟੈਂਸ਼ਨ ਤੋਂ ਬਾਅਦ ਨਾ, ਵਿਦਨ 3 ਮੰਥਸ ਐਡਵਾਈਜ਼ਰੀ ਬੋਰਡ ਉਹਨਾਂ ਨੂੰ ਲੈਣਾ ਜਿਹੜੇ 3 ਮਹੀਨੇ ਤਾਂ ਰਹੇ ਨਾ ਫਿਰ ਉੱਥੇ। ਉਹ ਨਹੀਂ, ਉਹ ਵਿਦਨ 3 ਮੰਥਸ ਐਡਵਾਈਜ਼ਰੀ ਬੋਰਡ ਕੋ ਪੇਸ਼ ਹੋਣਾ ਹੁੰਦਾ। ਜੀ ਜੀ, ਐਡਵਾਈਜ਼ਰੀ ਬੋਰਡ ਕਦੇ ਵੀ, ਭਾਵੇਂ ਅਗਲੇ ਹਫਤੇ ਵੀ ਹੋ ਸਕਦਾ ਤੇ ਆਖਰੀ ਦਿਨ ਵੀ ਹੋ ਸਕਦਾ, ਆਖਰੀ ਦਿਨ ਵੀ ਹੋ ਸਕਦਾ। ਉਹਨਾਂ ਦੀ ਓਪੀਨੀਅਨ ਜਿਹੜੀ ਹੈ ਨਾ ਐਡਵਾਈਜ਼ਰੀ ਬੋਰਡ ਦੀ 3 ਮਹੀਨੇ ਚ ਆਉਣੀ ਚਾਹੀਦੀ ਹੈ ਫॉर ਕੰਟੀਨਿਊਸ ਡਿਟੈਂਸ਼ਨ। ਜੀ ਜੀ। ਉਹ ਫਿਰ ਉਹ ਉੱਥੇ ਉਹਨਾਂ ਦਾ ਨਾ ਫਰੋਜ਼ਨ ਸ਼ੋਲਡਰ ਹੋ ਗਿਆ ਸੀ ਉਹਨਾਂ ਦਾ, ਤੇ ਉਹ ਉੱਥੋਂ ਜੇਲ੍ਹ ਨੇ ਕਿਹਾ ਵੀ ਉਹ ਹੀ ਇਜ਼ ਨਾਟ ਫਿਟ ਟੂ ਟਰੈਵਲ, ਤੇ ਉਹ ਫਿਰ ਆਏ ਨਹੀਂ ਸੀ ਉੱਥੋਂ। ਪਰ ਮੈਨੂੰ ਯਾਦ ਹੈ ਕਿ ਐਡਵਾਈਜ਼ਰੀ ਬੋਰਡ ਨੇ ਵਿਦਆਊਟ ਈਵਨ ਹੀਅਰਿੰਗ ਹਿਮ ਉਹ ਡਿਟੈਂਸ਼ਨ ਕਨਫਰਮ ਕਰ ਦਿੱਤੀ ਸੀ ਉਹਨਾਂ ਦੀ। ਇੱਕ ਇਹ ਗਰਾਊਂਡ ਸੀ ਜਿਹਦੇ ਕਰਕੇ ਡਿਟੈਂਸ਼ਨ ਅਲਟੀਮੇਟਲੀ ਕੁਐਸ਼ ਵੀ ਹੋਈ ਸੀ ਵੀ ਐਡਵਾਈਜ਼ਰੀ ਬੋਰਡ ਬੈਠਿਆ ਹੀ ਨਹੀਂ। ਹਾਂਜੀ, ਕਿਉਂਕਿ ਉੱਥੇ ਗਿਆ ਨਹੀਂ। ਉਹਨਾਂ ਨੇ ਕਹਿਤਾ ਜੀ ਅਸੀਂ ਉਹਨਾਂ ਦੀ ਸੁਣ ਲਈ, ਰਿਪਰੈਜ਼ੈਂਟੇਸ਼ਨ ਦੇਖ ਲਈ ਹੈ, ਤੇ ਉਹਨਾਂ ਨੇ ਕਹਿਤਾ ਜੀ ਕਨਫਰਮ ਕਰਤੀ ਡਿਟੈਂਸ਼ਨ। ਮਤਲਬ ਇਦਾਂ ਦੀ ਧਾਂਦਲੇਬਾਜ਼ੀ ਉਦੋਂ ਦੀ ਵੀ ਹੁੰਦੀ ਸੀ। ਮਤਲਬ ਅਨਕਨਸਟੀਟਿਊਸ਼ਨਲ ਚੀਜ਼ਾਂ, ਇਲੀਗਲ ਚੀਜ਼ਾਂ ਜਿਹੜੀਆਂ ਨੇ ਨਾ ਆਮ ਨੇ, ਇਹੋ ਜਿਹੀ ਜਿਹੜੀ ਕੁਐਸ਼ ਫਿਰ ਉਹ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੋਂ ਹੋਇਆ ਸੀ। ਹਾਂਜੀ, ਮੇਰਾ ਖਿਆਲ ਇਫ ਆਈ ਐਮ ਕਰੈਕਟਲੀ ਰਿਮੈਂਬਰ ਜਸਟਿਸ ਐਸ.ਡੀ. ਬਜਾਜ ਸਾਹਿਬ ਸੀਗੇ ਜਿਨ੍ਹਾਂ ਨੇ ਇੱਥੋਂ ਕੁਐਸ਼ ਕੀਤੀ ਸੀਗੀ। ਪਰ ਉਹਦੇ ਅਗੇਂਸਟ ਜਾ ਕੇ ਪੰਜਾਬ ਗਵਰਨਮੈਂਟ ਨੇ ਅਟਾਰਨੀ ਜਨਰਲ ਆਫ ਇੰਡੀਆ ਨੂੰ ਪੇਸ਼ ਕੀਤਾ, ਔਰ ਅਸੀਂ ਉੱਥੇ ਜਾ ਕੇ ਕੈਵੀਏਟ ਫਾਈਲ ਕੀਤੀ ਹੋਈ ਸੀ। ਮੈਂ ਤੇ ਸੁਖਪਾਲ ਦਿੱਲੀ ਪਹੁੰਚੇ ਹੋਏ ਸੀ ਅਸੀਂ ਜਦੋਂ ਇੱਥੋਂ ਆਰਡਰ ਸੀ। ਬਟ ਉਹਨਾਂ ਨੇ ਇੱਕ ਲੰਚ ਬ੍ਰੇਕ ਤੇ ਚੀਫ ਜਸਟਿਸ ਆਫ ਇੰਡੀਆ ਨੂੰ ਮੈਂਸ਼ਨ ਕਰਕੇ ਉਹ ਪਟੀਸ਼ਨ 'ਚ ਸਟੇ ਕਰਾ ਲਿਆ ਸਾਡੀ ਡਿਟੈਂਸ਼ਨ। ਬਟ ਅਲਟੀਮੇਟਲੀ ਸੁਪਰੀਮ ਕੋਰਟ 'ਚ ਵੀ ਕੁਐਸ਼ ਹੋਈ ਸੀ ਡਿਟੈਂਸ਼ਨ। ਉਹ ਸੁਪਰੀਮ ਕੋਰਟ ਨੇ 3-4 ਮਹੀਨੇ ਲੱਗੇ ਸੀ, ਉਹਨਾਂ ਨੂੰ ਫਿਰ ਕੁਐਸ਼ ਕਰਤੀ ਸੀ ਡਿਟੈਂਸ਼ਨ। ਜੀ, ਇਹ ਤਾਂ ਖੈਰ ਹੋਈ, ਆਪਾਂ ਕਰੀਬ 30 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਪਰ ਅੱਜ ਜੋ ਤਾਜ਼ਾ ਕੇਸ ਹੈ, ਅੰਮ੍ਰਿਤਪਾਲ ਵਾਲਾ ਕੇਸ ਹੈ, ਇਸ ਕੇਸ ਦੇ ਵਿੱਚ 4 ਜਣਿਆਂ ਨੂੰ ਸ਼ਾਇਦ ਇਹਨਾਂ ਨੇ ਐਨਐਸਏ ਲਾ ਕੇ ਉੱਥੇ ਭੇਜਿਆ ਹੈ। ਇਸ ਕੇਸ 'ਚ ਤੁਸੀਂ ਆਪਣਾ ਕੀ ਓਪੀਨੀਅਨ ਰੱਖਦੇ ਹੋ ਕਿ ਕੀ ਲਾਣਾ ਬਣਦਾ ਸੀ ਐਨਐਸਏ ਇਸ ਕੇਸ ਦੇ ਵਿੱਚ? ਕੀ ਹਾਲਾਤ ਉਸ ਤਰ੍ਹਾਂ ਦੇ 1987 ਵਰਗੇ ਬਣ ਗਏ ਸੀ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਉਦੋਂ ਵੱਡੇ ਵੱਡੇ ਨੇਤਾਵਾਂ ਨੂੰ ਲਿਜਾ ਕੇ ਭੇਜਿਆ ਜਾਂਦਾ ਸੀ, ਹੁਣ ਤਾਂ ਆਮ ਬੰਦੇ ਨੂੰ ਵੀ ਲਾਇਆ ਜਾ ਰਿਹਾ? ਮੈਂ ਸਮਝਦਾ ਜੀ there is a need to appreciate the difference between punitive detention and preventive detention। ਜਿਹੜਾ ਮਤਲਬ ਤੁਸੀਂ ਇਹ ਪਹਿਲਾਂ ਤੁਹਾਡੀ ਜਿਹੜੀ ਉਹ ਕਲੀਅਰ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਜਾਂ ਐਨਐਸਏ ਲਾਉਣ ਵਾਲੀ ਜਿਹੜੀ ਅਥਾਰਟੀ ਹੈ ਕਿ ਉਸਨੇ ਕਿਸੇ ਕਾਰਨ ਕੁਝ ਕਰਨ ਤੋਂ ਰੋਕਣਾ ਹੈ ਬੰਦੇ ਨੂੰ, ਜਾਂ ਉਸ ਨੂੰ ਸਜ਼ਾ ਦੇ ਕੇ ਬੰਦ ਕਰਕੇ ਰੱਖਣਾ ਹੈ। ਸਜ਼ਾ ਦੇਣੀ ਹੈ ਕਿ ਆਪਣੀ ਇਹਤਿਆਤ ਵਜੋਂ ਉਹਨੂੰ ਕਾਬੂ ਕਰਨਾ ਹੈ। ਇਹ ਹੁੰਦਾ ਹੈ ਪ੍ਰੀਵੈਂਟਿਵ ਡਿਟੈਂਸ਼ਨ ਦਾ ਬੇਸਿਕ ਪਰਪਸ ਇਹੀ ਹੈ ਵੀ ਹੀ ਇਜ਼ ਲਾਈਕਲੀ ਟੂ ਡੂ ਸਮਥਿੰਗ ਵਿਚ ਵਿਲ ਬੀ ਪ੍ਰੈਜੁਡੀਸ਼ੀਅਲ ਟੂ ਦੀ ਇੰਟਰਸਟ ਆਫ ਦੀ ਸਟੇਟ ਔਰ ਫੋਰਨ ਰਿਲੇਸ਼ਨ, ਜਿਹੜੇ ਵੀ ਕਾਰਨ ਹੈਗੇ ਨੇ। ਇਸ ਕਰਕੇ ਅਸੀਂ ਉਹਨੂੰ ਡਿਟੇਨ ਕਰਨਾ ਜੀ, ਇਹ ਆਥੋਰਾਈਜੇਸ਼ਨ ਐਨਐਸਏ ਦਿੰਦਾ ਜੀ। ਪਰ ਜੇ ਫਰਜ਼ ਕਰੋ ਬੰਦੇ ਨੇ ਕਿਸੇ ਨੇ ਕੋਈ ਅਫੈਂਸ ਕਮਿਟ ਕਰ ਦਿੱਤੀ ਹੈ ਤੇ ਉਹ ਫਿਰ ਉਹਦੀ ਐਫਆਈਆਰ ਹੋਣੀ ਚਾਹੀਦੀ ਹੈ, ਉਹਦੀ ਸਜ਼ਾ ਹੋਣੀ ਚਾਹੀਦੀ ਹੈ, ਟ੍ਰਾਇਲ ਹੋਣਾ ਚਾਹੀਦਾ, ਤੇ ਫਿਰ ਤੇ ਉਹਦੀ ਇੰਟਾਈਟਲ ਟੂ ਬੇਲ ਵੀ ਹੈਗਾ, ਜੋ ਕੁਝ ਵੀ ਉਹਦੇ ਰਾਈਟਸ ਹੈਗੇ ਨੇ ਐਕਸਰਸਾਈਜ਼ ਕਰਦਾ, ਸਾਰੇ ਐਕਸਰਸਾਈਜ਼ ਕਰੂਗਾ ਜਿਹੜਾ ਅਫੈਂਸ। ਮਤਲਬ ਜਦੋਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੀ ਹੈ ਨਾ, ਜੇ ਇਹ ਪਿਊਨਿਟਿਵ ਡਿਟੈਂਸ਼ਨ ਦੇ ਨਜ਼ਰੀਏ 'ਚ ਆ ਜਾਵੇ ਤੇ ਇਹ ਇਟਸੈਲਫ ਇਜ਼ ਗਰਾਊਂਡ ਕਿ ਇਟ ਇਜ਼ ਬੈਡ ਇਨ ਲਾਅ। ਜਦੋਂ ਤੁਸੀਂ ਇਹ ਕਹਿ ਦਿਓ ਕਿ ਕਿਸੇ ਬੰਦੇ ਨੂੰ ਤੁਸੀਂ ਇਸ ਕਰਕੇ ਡਿਟੇਨ ਕਰ ਰਹੇ ਹੋ ਕਿ ਪਿਊਨਿਟਿਵ ਐਕਸ਼ਨ ਹੋ ਗਿਆ ਉਹ, ਤਾਂ ਫਿਰ ਉਹ ਇਸ ਗਰਾਊਂਡ ਤੇ ਵੀ ਐਨਐਸਏ ਦੀ ਡਿਟੈਂਸ਼ਨ ਜਿਹੜੀ ਨਾ ਸੈਟੀਸਾਈਡ ਕੀਤੀ ਜਾ ਸਕਦੀ ਹੈ। ਮਤਲਬ ਜੇ ਤਾਜ਼ਾ ਕੇਸ ਨੂੰ ਇਹ ਮੰਨ ਕੇ ਚੱਲੀਏ ਕਿ ਉਹ ਬੰਦਿਆਂ ਦੇ ਬਾਰੇ ਸ਼ਾਇਦ ਪੰਜਾਬ ਸਰਕਾਰ ਨੂੰ ਖਤਰਾ ਹੋਏਗਾ ਜਾਂ ਐਨਐਸਏ ਲਾਉਣ ਵਾਲੀ ਜਿਹੜੀ ਵੀ ਅਥਾਰਟੀ ਹੈ ਉਸ ਨੂੰ ਖਤਰਾ ਹੋਏਗਾ ਕਿ ਇਹ ਕੋਈ ਨਾ ਕੋਈ ਐਸੀ ਕਾਰਵਾਈ ਕਰਨ ਜਾ ਰਹੇ ਆ ਜਿਸ ਨਾਲ ਦੇਸ਼ ਨੂੰ ਖਤਰਾ ਹੈ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ, ਤਾਂ ਉਸ ਕੇਸ 'ਚ ਉਹਨਾਂ ਨੂੰ ਫੜ ਕੇ ਕਿਤੇ ਵੀ ਰੱਖਣ ਦੀ ਬਜਾਏ ਉੱਥੇ ਇਸ ਕਰਕੇ ਭੇਜਿਆ ਗਿਆ ਕਿ ਇਹਨਾਂ ਨੂੰ ਸਬਕ ਸਿਖਾਉਣਾ ਹੈ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਬਕ ਸਿਖਾਉਣਾ ਹੈ। ਹਾਂ, ਕਹਿ ਸਕਦੇ ਇਹ ਰੱਦ ਹੋ ਸਕਦੀ ਹੈ ਇਸ ਗਰਾਊਂਡ ਤੇ, ਕਹਿ ਸਕਦੇ ਹੋ ਤੁਸੀਂ। ਇਸ ਕਰਕੇ ਦੇਖੋ ਨਾ, ਗੱਲ ਇਹ ਹੈ
ਕਿ ਮੈਂ ਜੋ ਪੇਪਰ 'ਚ ਦੇਖਿਆ ਜੋ ਅਵੇਲੇਬਲ ਹੈ ਖਬਰਾਂ 'ਚ ਜਿਹੜੀ ਖਬਰਾਂ ਹੀ ਦੱਸ ਇਨਫੋਰਮੇਸ਼ਨ ਰਹੀਆਂ ਨੇ, ਹਾਂਜੀ ਖਬਰਾਂ ਦੱਸ ਰਹੀਆਂ ਨੇ, ਉਸ ਤੋਂ ਇਹ ਨਜ਼ਰ ਆਉਂਦਾ ਕਿ ਕਾਫੀ ਕੇਸਿਸ ਰਜਿਸਟਰ ਕੀਤੇ ਗਏ ਨੇ ਲੋਕਾਂ ਦੇ ਖਿਲਾਫ। ਜੀ ਜੀ ਹਾਂਜੀ, ਜਦੋਂ ਕੇਸ ਰਜਿਸਟਰ ਹੋ ਗਿਆ ਤੇ ਇਹਦਾ ਮਤਲਬ ਕਿ ਕੋਈ ਅਫੈਂਸ ਕਮਿਟ ਹੋਈ ਹੈ। ਜੀ ਫਿਰ ਜੇ ਅਫੈਂਸ ਕਮਿਟ ਹੋਈ ਹੈ ਤੇ ਉਹ ਬੰਦੇ ਦਾ ਰਾਈਟ ਬਣਦਾ ਹੈ ਕਿ ਉਹਨੂੰ ਮੈਜਿਸਟ੍ਰੇਟ ਦੇ ਪ੍ਰੋਡਿਊਸ ਕੀਤਾ ਜਾਵੇ। ਮੈਜਿਸਟ੍ਰੇਟ ਤੇ ਫਿਰ ਉਹਦੀ ਜਿਹੜੀ ਚਾਰਜ ਸ਼ੀਟ ਹੈ, ਜੋ ਕੁਝ ਵੀ ਹੈ, ਉਹਦਾ ਜਿਹੜਾ ਪ੍ਰਕਿਰਿਆ ਉਹ ਟ੍ਰਾਇਲ ਦੀ ਚੱਲੇ। ਜੀ 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 ਉਹ ਹੁੰਦਾ ਹੈ ਉਹ ਹੈਗੀ ਹੈ ਪਿਊਨਿਟਿਵ ਡਿਟੈਂਸ਼ਨ। ਜੀ। ਜਦੋਂ ਤੁਸੀਂ ਕਿਸੇ ਨੂੰ ਅਫੈਂਸ ਦੇ ਵਿੱਚ ਡਿਟੇਨ ਕਰਦੇ ਹੋ ਉਹਨੂੰ ਪਿਊਨਿਟਿਵ ਡਿਟੈਂਸ਼ਨ ਕਹਿੰਦੇ ਆ। ਪਰ ਜੇ ਤੁਸੀਂ ਕਿਸੇ ਨੂੰ ਰੋਕਣਾ ਹੈ ਅਫੈਂਸ ਜਦੋਂ ਅਫੈਂਸ ਕਮਿਟ ਹੋ ਗਈ ਤਾਂ ਫਿਰ ਪ੍ਰੀਵੈਂਟ ਕੀ ਕਰਨਾ? ਜੀ ਪ੍ਰੀਵੈਂਟ ਤੇ ਇਹ ਕਰਨਾ ਵੀ ਤੁਹਾਨੂੰ ਐਪਰੀਹੈਂਸ਼ਨ ਹੈ ਕਿ ਸਮਥਿੰਗ ਮੇ ਹੈਪਨ, ਕੋਈ ਇਹ ਬੰਦਾ ਕਰ ਸਕਦਾ ਹੈ, ਇਹੋ ਜੀ ਕੋਈ ਗਤੀਵਿਧੀ ਕਰ ਸਕਦਾ ਹੈ ਜਿਹਦੇ ਕਰਕੇ ਨੇਸ਼ਨ ਨੂੰ ਕੋਈ ਖਤਰਾ ਹੈ, ਤੇ ਤੁਸੀਂ ਇਹਨੂੰ ਪ੍ਰੀਵੈਂਟ ਕਰ ਲਈ, ਡਿਟੇਨ ਕਰ ਲਿਆ, ਤੇ ਉਹਨੇ ਕੀਤਾ ਕੁਝ ਨਹੀਂ ਅਜੇ। ਪਰ ਜਦੋਂ ਉਹਨੇ ਕਰ ਦਿੱਤਾ ਫਿਰ ਤਾਂ ਪਿਊਨਿਟਿਵ, ਫਿਰ ਤਾਂ ਪਨਿਸ਼ਮੈਂਟ ਜੋ ਉਹਨੇ ਕੀਤਾ, ਜੋ ਤੇ ਧਾਰਾ ਲੱਗਦੀ ਆ ਉਹਦੇ ਅੰਦਰ ਉਹਨੂੰ ਲਾ ਕੇ ਫੜਨਾ ਬਣਦਾ, ਬੰਦ ਕਰਨਾ ਬਣਦਾ ਹੈ। ਫੜੋ ਤੇ ਫਿਰ ਉਹ ਟ੍ਰਾਇਲ ਕੋਰਟ ਆਪਣਾ ਜਿਹੜੇ ਆਪਣੇ ਕੋਰਟਸ ਨੇ ਉਹ ਦੇਖਣਗੇ ਕਿ ਉਹਦਾ ਕੀ ਰਾਈਟ, ਉਹਨੇ ਠੀਕ ਕੀਤਾ ਕਿ ਨਹੀਂ ਕੀਤਾ, ਕੋਈ ਅਫੈਂਸ ਬਣਦੀ ਕਿ ਨਹੀਂ ਬਣਦੀ। ਪਰ ਪ੍ਰੀਵੈਂਟਿਵ ਡਿਟੈਂਸ਼ਨ ਫਿਰ ਜੇ ਉਹਨਾਂ ਨੂੰ ਇੱਕ ਆਰਡੀਨਰੀ ਆਦਮੀ ਨੇ ਉਹ ਸਿੰਪਲ, ਜਦੋਂ ਵੀ ਸਿੰਪਲ ਨੇ, ਮਤਲਬ ਮੈਂ ਇਹ ਸਮਝਦਾ ਹਾਂ ਕਿ ਉਹਨਾਂ ਦੇ ਕੋਲ ਰਿਸੋਰਸਿਸ ਇੰਨੇ ਨਹੀਂ ਹੋਣਗੇ, ਬਟ ਆਈ ਕੈਨ ਫੀਲ ਜੀ ਜੀ ਉਹਨਾਂ ਨੂੰ ਦਿਬਰੂਗੜ੍ਹ ਅਸਾਮ ਵਰਗੀ ਜਗ੍ਹਾ 'ਚ ਲੈ ਜਾਣਾ, ਔਰ ਉਹਨਾਂ ਦੇ ਜਿੱਥੇ ਉਹਨਾਂ ਦਾ ਵਕੀਲ ਨਹੀਂ ਮਿਲ ਸਕਦਾ ਉਹਨਾਂ ਨੂੰ, ਜਿੱਥੇ ਉਹਨਾਂ ਦੇ ਘਰ ਵਾਲੇ ਨਹੀਂ ਜਾ ਕੇ ਮਿਲ ਸਕਦੇ, ਜਿੱਥੇ ਉਹਨਾਂ ਦਾ ਕੋਈ ਪੈਰਵਾਈ ਨਹੀਂ ਹੋ ਸਕਦੀ, ਇਹ ਤਾਂ ਇਟਸੈਲਫ ਹੀ ਪਨਿਸ਼ਮੈਂਟ ਹੈ, ਆਪਣੇ ਆਪ 'ਚ ਸਜ਼ਾ ਹੈ। ਆਪਣੇ ਆਪ 'ਚ ਪਨਿਸ਼ਮੈਂਟ ਹੈ। ਮੇਰਾ ਖਿਆਲ ਇਹ ਗਰਾਊਂਡ ਵੀ ਸਫੀਸ਼ੀਐਂਟ ਹੋਏਗੀ ਜੀ ਇਸ ਡਿਟੈਂਸ਼ਨ ਨੂੰ ਕੁਐਸ਼ ਕਰਨ ਦੀ। ਫਿਰ ਇਹ ਵੀ ਪਤਾ ਨਹੀਂ ਕੋਈ ਡਿਟੈਂਸ਼ਨ ਲਾਈ ਕਿੰਨੇ ਹੈ, ਬਿਕੋਜ਼ ਇਹਦੇ 'ਚ ਬੜੇ ਸੇਫਗਾਰਡਸ। ਹਾਂ ਇਹ ਵੀ ਇੱਕ ਇੰਪੋਰਟੈਂਟ ਸਵਾਲ ਹੈ ਕਿ ਐਨਐਸਏ ਕੌਣ ਲਗਾ ਸਕਦਾ ਹੈ। ਮਤਲਬ ਫਰਜ਼ ਕਰੋ ਕੋਈ ਬੰਦਾ ਜਲੰਧਰ ਤੋਂ ਫੜਿਆ ਹੈ, ਕੋਈ ਅੰਮ੍ਰਿਤਸਰ ਜ਼ਿਲ੍ਹੇ ਤੋਂ ਫੜਿਆ ਹੈ, ਤਾਂ ਉਸ ਤੇ ਕੌਣ ਡਿਸਾਈਡ ਕਰੇਗਾ ਕਿ ਇਸ ਤੇ ਐਨਐਸਏ ਲਾਣਾ ਹੈ? ਜਿਹੜੇ ਜੀ ਐਕਟ ਦੇ ਵਿੱਚ ਜਿਹੜਾ ਪ੍ਰੋਵੀਜ਼ਨ ਹੈ ਉਹਦੇ 'ਚ ਸਟੇਟ ਗਵਰਨਮੈਂਟ ਲਾ ਸਕਦੀ ਹੈ ਐਨਐਸਏ, ਸੈਂਟਰਲ ਗਵਰਨਮੈਂਟ ਲਾ ਸਕਦੀ ਹੈ। ਅਫਸਰ ਕੌਣ ਲਾ ਸਕਦਾ? ਅਫਸਰ ਜਿਹੜਾ ਹੈ ਡਿਪਟੀ ਕਮਿਸ਼ਨਰ ਲਾ ਸਕਦਾ ਜਾਂ ਕਮਿਸ਼ਨਰ ਆਫ ਪੁਲਿਸ, ਉਸ ਤੋਂ ਥੱਲੇ ਨਹੀਂ? ਨਾ ਐਸਐਸਪੀ ਨਹੀਂ ਲਾ, ਐਸਡੀਐਮ ਐਸਐਸਪੀ ਉਹ ਨਹੀਂ ਲਾ ਸਕਦੇ। ਓਕੇ। ਕਮਿਸ਼ਨਰ ਆਫ ਪੁਲਿਸ ਕੋ ਕਿਉਂਕਿ ਮੈਜਿਸਟਰੀਅਲ ਪਾਵਰ ਹੁੰਦੀਆਂ ਨੇ, ਜੀ ਜੀ ਡਿਪਟੀ ਕਮਿਸ਼ਨਰ ਦੀਆਂ ਪਾਵਰ ਐਕਸਰਸਾਈਜ਼ ਕਰਦਾ, ਇਸ ਕਰਕੇ ਉਹਨੂੰ ਐਕਟ 'ਚ ਪ੍ਰੋਵਾਈਡਡ ਹੈ। ਸੋ ਇਹ ਲੱਗਦਾ ਕਿ ਸੰਭਵ ਤੌਰ ਤੇ ਜਲੰਧਰ ਕਮਿਸ਼ਨਰੇਟ ਵੱਲੋਂ ਐਕਸ਼ਨ ਲਿਆ ਗਿਆ, ਉਹਦੀ ਜੁਰਿਡਿਕਸ਼ਨ ਸੀਗੀ, ਤਾਂ ਕਮਿਸ਼ਨਰ ਜਲੰਧਰ ਪੁਲਿਸ ਜਿਹੜੇ ਨੇ ਉਹਨਾਂ ਦੇ ਵੱਲੋਂ ਸ਼ਾਇਦ ਆਰਡਰ ਹੋਣਗੇ। ਪਰ ਜੇ ਫਰਜ਼ ਕਰੋ ਜਦੋਂ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਜਿਹੜੇ ਡਿਟੈਂਸ਼ਨ ਆਰਡਰ ਪਾਸ ਕਰਨ, ਤਾਂ ਵਿਦਨ 3 days ਦੇ ਹੈਵ ਟੂ ਇਨਫੋਰਮ ਦੀ ਸਟੇਟ ਗਵਰਨਮੈਂਟ, ਐਂਡ ਵਿਦਨ ਸਟਿਪੂਲੇਟਡ ਪੀਰੀਅਡ, ਸ਼ਾਇਦ 7 days ਜਾਂ ਜਿੰਨਾ ਵੀ ਪੀਰੀਅਡ ਪ੍ਰੋਵਾਈਡਡ ਹੈ, ਉਹਨਾਂ ਨੂੰ ਗਰਾਊਂਡਸ ਆਫ ਡਿਟੈਂਸ਼ਨ ਦੇਣੀਆਂ ਪੈਂਦੀਆਂ ਡੈਟਨਿਊ ਨੂੰ। ਦੇ ਗਰਾਊਂਡਸ ਆਫ ਦੀ ਸਪੋਰਟ 'ਚ ਮਟੀਰੀਅਲ ਤੁਹਾਡੇ ਕੋਲ ਕੀ ਹੈ ਉਹ ਵੀ ਦੇਣਾ ਪੈਂਦਾ ਹੈ। ਹਾਂਜੀ, ਫਿਰ ਉਹਨੂੰ ਡੈਟਨਿਊ ਦਾ ਰਾਈਟ ਹੈ ਰਿਪਰੈਜ਼ੈਂਟੇਸ਼ਨ ਕਰਨਾ ਅਗੇਂਸਟ ਦ ਡਿਟੈਂਸ਼ਨ ਆਰਡਰ। ਉਹਦਾ ਰਾਈਟ ਰਿਪਰੈਜ਼ੈਂਟੇਸ਼ਨ ਕਰਨ ਦਾ ਸਟੇਟ ਗਵਰਨਮੈਂਟ ਨੂੰ ਹੈ, ਸੈਂਟਰਲ ਗਵਰਨਮੈਂਟ ਨੂੰ ਵੀ ਹੈ। ਸਟੇਟ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੂੰ ਇਨਫੋਰਮ ਕਰਨਾ ਹੁੰਦਾ ਜੇ ਡਿਟੈਂਸ਼ਨ ਲਾਉਣ ਤਾਂ ਉਹ ਰਾਈਟ ਆਫ ਰਿਪਰੈਜ਼ੈਂਟੇਸ਼ਨ ਹੈ। ਫਿਰ ਉਹਨਾਂ ਨੇ ਕਨਸਟੀਟਿਊਟ ਕਰਨਾ ਵਿਦਨ 3 months ਐਡਵਾਈਜ਼ਰੀ ਬੋਰਡ ਦੀ ਓਪੀਨੀਅਨ ਲੈਣੀ ਪੈਂਦੀ ਹੈ ਉਹਨਾਂ ਨੂੰ ਕਿ ਵੇ ਹਾਂ ਇਹ ਗਰਾਊਂਡ ਸਫੀਸ਼ੀਐਂਟ ਹੈ। ਪਰ ਮੈਂ ਇੱਥੇ ਇੱਕ ਸਵਾਲ ਸਰ ਲੈਣਾ ਚਾਹਾਂਗਾ ਕਿ ਐਡਵਾਈਜ਼ਰੀ ਬੋਰਡ ਤਾਂ ਚਲੋ ਇੱਕ ਸੈੱਟ ਪ੍ਰੋਸੀਜਰ ਹੈ, ਪ੍ਰੋਵੀਜ਼ਨ ਦੇ ਦਿੱਤੀ ਹੈ ਐਨਐਸਏ ਦੇ ਵਿੱਚ ਹੀ ਕਿ ਬੰਦੇ ਨੂੰ ਤੁਸੀਂ ਇੰਨਾ ਦੇਰ ਫੜ ਕੇ ਨਹੀਂ ਰੱਖ ਸਕਦੇ, 3 ਮਹੀਨੇ ਦੇ ਅੰਦਰ ਅੰਦਰ, ਭਾਵੇਂ ਤੀਜੇ ਮਹੀਨੇ ਦੇ 90ਵੇਂ ਦਿਨ ਦੇ ਆਖਰੀ ਦਿਨ ਜਿਹੜਾ ਹੈਗਾ ਐਡਵਾਈਜ਼ਰੀ ਬੋਰਡ ਬਿਠਾ ਕੇ ਫੈਸਲਾ ਕਰਨਾ ਪੈਣਾ ਕਿ ਬੰਦੇ ਨੂੰ ਰੱਖਣਾ ਹੈ ਕਿ ਅੱਗੇ ਨਹੀਂ ਰੱਖਣਾ, ਰਿਲੀਜ਼ ਕਰਨਾ ਹੈ। ਜੇ ਸਰਕਾਰ ਚਾਹੇ ਤਾਂ ਐਡਵਾਈਜ਼ਰੀ ਬੋਰਡ ਤੋਂ ਬਿਨਾ ਵੀ ਉਸ ਨੂੰ ਰਿਲੀਜ਼ ਕਰ ਸਕਦੀ ਹੈ, ਐਨਐਸਏ ਹਟਾ ਸਕਦੀ ਹੈ। ਹਾਂ, ਹਟਾ ਸਕਦੀ, ਐਨਐਸਏ ਹਟਾ ਸਕਦੀ ਹੈ। ਜਿਹੜਾ ਮਤਲਬ ਭਗਵੰਤ ਮਾਨ ਸਰਕਾਰ ਚਾਹੇ ਤਾਂ ਅੱਜ ਐਨਐਸਏ ਹਟਾ ਲੇ। ਬਿਲਕੁਲ, ਭਗਵੰਤ ਮਾਨ ਚਾਹੇ ਜਿਹਨੇ ਬੰਚਨ ਨੇ ਡਿਟੈਂਸ਼ਨ ਆਰਡਰ ਪਾਸ ਕੀਤਾ ਜਿੱਦਨ ਮਰਜ਼ੀ ਵਿਡਰਾ ਕਰ ਸਕਦੇ ਡਿਟੈਂਸ਼ਨ ਆਰਡਰ। ਇਹ ਜੇ ਕਮਿਸ਼ਨਰ ਆਫ ਪੁਲਿਸ ਜਲੰਧਰ ਨੇ ਕੀਤਾ ਤਾਂ ਉਹ ਵੀ ਕਰ ਸਕਦਾ, ਉਹ ਵੀ ਕਰ ਸਕਦਾ। ਉਹਦੇ ਕੋਲ ਡਿਟੇਨਿੰਗ ਅਥਾਰਟੀ ਜਿਹੜੀ ਹੈ ਜਾਂ ਡੀਸੀ ਜਲੰਧਰ ਹੈ ਜਾਂ ਕੋਈ ਵੀ ਹੈ, ਕੋਈ ਜਿੰਨੇ ਵੀ ਡਿਟੈਂਸ਼ਨ ਆਰਡਰ ਪਾਸ ਕੀਤਾ ਉਹਦੇ ਕੋਲ ਫਿਰ ਐਡਵਾਈਜ਼ਰੀ ਬੋਰਡ ਕੋ ਭੇਜਣ ਦੀ ਲੋੜ ਹੀ ਨਹੀਂ। ਫਰਜ਼ ਕਰੋ ਜੇ 3 ਮਹੀਨੇ ਤੋਂ ਪਹਿਲਾਂ ਉਹ ਡਿਟੈਂਸ਼ਨ ਆਰਡਰ ਵਿਡਰਾ ਕਰ ਲੈਣ ਤੇ ਐਡਵਾਈਜ਼ਰੀ ਬੋਰਡ ਕੋ ਜਾਣ ਦੀ ਵੀ ਲੋੜ ਨਹੀਂ ਹੈਗੀ। ਜੀ, ਗਵਰਨਮੈਂਟ ਆਲਵੇਜ਼ ਕੈਨ ਓਵਰ ਰੂਲ। ਅਗਰ ਕਮਿਸ਼ਨਰ ਨੇ ਪਾਸ ਕੀਤਾ ਗਵਰਨਮੈਂਟ ਆਲਵੇਜ਼, ਕਿਉਂਕਿ ਗਵਰਨਮੈਂਟ ਨੂੰ ਇਨਫੋਰਮ ਕਿਉਂ ਕਰਦੇ ਨੇ, ਇਸੇ ਕਰਕੇ ਕਰਨੇ ਉਹਨਾਂ ਨੇ ਵੀ ਦੇਖਣਾ ਕਿ ਵਾਕਈ ਇਹ ਲੋੜ ਹੈ। ਜੇ ਗਵਰਨਮੈਂਟ ਚਾਹਵੇ ਕਿ ਨਹੀਂ ਲੋੜ ਹੈਗੀ ਤੇ ਉਹ ਡਿਟੈਂਸ਼ਨ ਆਰਡਰ ਜਿਹੜਾ ਨਾ ਵਿਡਰਾ ਹੋ ਸਕਦਾ, ਕੋਈ ਪ੍ਰੋਬਲਮ ਨਹੀਂ ਹੈ ਉਹਦੇ 'ਚ। ਜੀ ਜੀ। ਦੂਜੀ ਗੱਲ, ਕੋਈ ਇਸ 'ਚ ਇਹ ਵੀ ਕੋਈ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਜਿੰਨੇ ਬੰਦਿਆਂ ਦੇ ਉੱਤੇ ਐਨਐਸਏ ਲੱਗਿਆ, ਮਤਲਬ ਇੱਕ ਟਾਈਮ ਤੇ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ, ਤੁਸੀਂ 1987 ਦਾ ਵਾਕਿਆ ਯਾਦ ਕਰਾਇਆ ਜਦੋਂ ਅਕਾਲੀ ਦਲ ਦੇ ਉਸ ਵਕਤ ਦੇ ਸਾਬਕਾ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਤੇ ਸਾਬਕਾ ਸਿੱਖਿਆ ਮੰਤਰੀ ਤੁਹਾਡੇ ਸਹੁਰਾ ਸਾਹਿਬ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਜੀ ਸੁਖਜਿੰਦਰ ਸਿੰਘ ਖਹਿਰਾ, ਇਹਨਾਂ ਦੇ ਉੱਤੇ ਲੱਗਿਆ, ਤਾਂ ਇਹਨਾਂ ਦੇ ਬਾਰੇ ਫੈਸਲਾ ਵੀ ਇੱਕੋ ਵਾਰ ਕਰਨਾ ਹੈ ਕਿ ਇਹਨਾਂ ਨੂੰ ਅਲੱਗ-ਅਲੱਗ ਵੀ ਡੀਲ ਕਰ ਸਕਦੀ ਹੈ ਸਰਕਾਰ? ਨਹੀਂ, ਇੱਕੋ ਵਾਰ ਨਹੀਂ ਕਰਨਾ ਹੁੰਦਾ, ਕਿਉਂਕਿ ਹਰ ਇੱਕ ਦੀ ਗਰਾਊਂਡਸ ਆਫ ਡਿਟੈਂਸ਼ਨ ਜਿਹੜੀਆਂ ਡਿਫਰੈਂਟ ਨੇ, ਸੇਮ ਨਹੀਂ ਹੋ ਸਕਦੀਆਂ। ਜੀ, ਜੇ ਸੇਮ ਹੋਣਗਾ ਤਾਂ ਬੜਾ ਮਕੈਨੀਕਲ ਹੋਏਗਾ ਆਰਡਰ ਵੀ, ਉਸੇ ਗਰਾਊਂਡ ਤੇ ਡਿਟੇਨ ਇੱਕ ਨੂੰ ਕਰ ਰਹੇ ਹੋ, ਦੂਜੇ ਉਸੇ ਗਰਾਊਂਡ ਤੇ ਡਿਟੇਨ ਕਰ ਰਹੇ ਹੋ। ਮਤਲਬ ਅੰਮ੍ਰਿਤਪਾਲ ਦੇ ਚਾਚਾ ਦਾ ਜਿਹੜਾ ਕੇਸ ਕੁਝ ਹੋਰ ਤਰ੍ਹਾਂ ਵਿਚਾਰਿਆ ਜਾ ਸਕਦਾ ਹੈ ਤੇ ਬਾਕੀਆਂ ਦਾ ਬੁੱਕਣ ਵਾਲੇ ਦਾ ਜਾਂ ਬਾਜੇਕੇ ਦਾ, ਦਿਸ ਇਜ਼ ਵਾਈ ਗਰਾਊਂਡਸ ਆਫ ਡਿਟੈਂਸ਼ਨ ਦੇਣੀਆਂ ਪੈਂਦੀਆਂ ਵੀ ਤੁਸੀਂ ਕਿਉਂ ਡਿਟੇਨ ਕਰ ਰਹੇ ਹੋ। ਇਹ ਤਾਂ ਇਹ ਇੱਕ ਜੇ ਫਸ ਕਰੋ ਇੱਕੋ ਜਿਹਾ ਗਰਾਊਂਡ ਆਫ ਡਿਟੈਂਸ਼ਨ ਨੇ ਸਭ ਦੀਆਂ, ਇਹਦਾ ਮਤਲਬ ਹੈ ਐਪਲੀਕੇਸ਼ਨ ਆਫ ਮਾਈਂਡ ਹੀ ਨਹੀਂ ਹੈਗੀ ਉਹਦੇ 'ਚ। ਐਪਲੀਕੇਸ਼ਨ ਆਫ ਮਾਈਂਡ ਕਿਉਂ ਡਿਟੇਨ ਕਰਨਾ, ਵੀ ਇਹ ਕੀ ਕਰੂਗਾ, ਇਟ ਇਜ਼ ਨਾਟ ਦੈਟ ਆ ਕੀ ਕਰਨਗੇ ਜੀ, ਕਿਉਂਕਿ ਤੁਸੀਂ ਕਲੈਕਟਿਵਲੀ ਡਿਟੇਨ ਨਹੀਂ ਕਰ ਰਹੇ, ਤੁਸੀਂ ਡਿਟੈਂਸ਼ਨ ਆਰਡਰ ਇੰਡੀਵਿਜੂਅਲ ਦੇ ਅਗੇਂਸਟ ਪਾਸ ਕਰ ਰਹੇ ਹੋ। ਜੀ, ਜੀ, ਉਸ ਦਾ ਇੰਡੀਵਿਜੂਅਲ ਦਾ ਐਕਟ ਦੇਖਣਾ ਹੁੰਦਾ, ਤੇ ਜੇ ਉਹਦੇ ਚ ਗਰਾਊਂਡ ਆਫ ਡਿਟੈਂਸ਼ਨ ਸੇਮ ਦੇ ਕੇ ਚਾਰ ਬੰਦਿਆਂ ਨੂੰ ਤੁਸੀਂ ਇਕੱਠਾ ਲੈ ਜਾਓਗੇ ਤੇ ਫਿਰ ਇਹਦੇ ਮਤਲਬ ਮੇਰੇ ਕੇ ਨਾਨ ਐਪਲੀਕੇਸ਼ਨ ਆਫ ਮਾਈਂਡ ਹੈ। ਨਾਨ ਐਪਲੀਕੇਸ਼ਨ ਆਫ ਮਾਈਂਡ ਇਟਸੈਲਫ ਇਜ਼ ਅ ਗਰਾਊਂਡ ਫॉर ਕੁਐਸ਼ਿੰਗ ਦੀ ਡਿਟੈਂਸ਼ਨ ਆਰਡਰ। ਇਹ ਵੀ ਜਿਹੜਾ ਹੈ ਚੈਲੰਜ ਕਰਨ ਲੱਗਿਆ, ਜਿਹੜਾ ਅਗਲਿਆਂ ਦੇ ਕੰਮ ਆ ਸਕਦਾ ਵਿਰੋਧੀ ਧਿਰ ਦੇ। ਅੱਛਾ, ਫਿਰ ਤੁਹਾਨੂੰ ਦੱਸਾਂ ਮੈਂ, ਜਿਹੜੀ ਜਦੋਂ ਤੁਸੀਂ ਰਿਪਰੈਜ਼ੈਂਟੇਸ਼ਨ ਦਿੰਦੇ ਹੋ ਜੀ, ਤੇ ਗਵਰਨਮੈਂਟ ਜਦੋਂ ਡਿਸਾਈਡ ਕਰਨ ਵਾਸਤੇ ਗਵਰਨਮੈਂਟ ਨੂੰ ਈਚ ਡੇ ਐਕਸਪਲੇਨ ਕਰਨਾ ਪੈਂਦਾ ਵੀ ਅੱਜ ਅਸੀਂ ਕੀ ਕੀਤਾ, ਕੱਲ ਕੀ ਕੀਤਾ, ਪਰਸੋਂ ਕੀ ਕੀਤਾ। ਜੇ ਫਰਜ਼ ਕਰੋ ਡਿਲੇ ਹੋ ਜਾਏ ਰਿਪਰੈਜ਼ੈਂਟੇਸ਼ਨ ਡਿਸਾਈਡ ਕਰਨ ਚ, ਇਟ ਇਟਸੈਲਫ ਇਜ਼ ਅ ਗਰਾਊਂਡ, ਮੇਜਰ ਗਰਾਊਂਡ ਹੁੰਦੀ ਹੈ ਇਹੀ। ਸੁਖਜਿੰਦਰ ਸਿੰਘ ਦੀ ਇਹੀ ਗਰਾਊਂਡ ਵਾਜ਼ ਮੇਜਰ ਗਰਾਊਂਡ ਕਿ ਡਿਲੇ ਹੋ ਗਈ ਡਿਸਪੋਜ਼ਲ ਆਫ ਰਿਪਰੈਜ਼ੈਂਟੇਸ਼ਨ ਚ। ਉਹਨਾਂ ਨੇ ਕਿਹਾ ਕਿ ਉਹਦੇ ਰਾਈਟ ਵਾਇਓਲੇਸ਼ਨ ਹੋ ਗਏ ਤੇ ਡਿਟੈਂਸ਼ਨ ਆਰਡਰ ਕੁਐਸ਼ ਹੋ ਗਈ। ਸਿਮਿਲਰਲੀ ਇਹ ਜਿਹੜਾ ਈਚ ਡੇ ਐਕਸਪਲੇਨ ਕਰਨਾ ਪੈਂਦਾ ਗਵਰਨਮੈਂਟ ਵੀ ਅੱਜ ਸਾਡੇ ਕੋਲ ਰਿਪਰੈਜ਼ੈਂਟੇਸ਼ਨ ਆਈ, ਅਸੀਂ ਉਹਦੇ ਤੇ ਕੀ ਕੀਤਾ, ਕੱਲ ਨੂੰ ਕੀ ਕੀਤਾ, ਪਰਸੋਂ ਨੂੰ ਕੀ ਕੀਤਾ, ਈਚ ਡੇ। ਜੀ, ਫਿਰ ਉਹ ਜਸਟੀਫਿਕੇਸ਼ਨ ਦੇਣੀ ਪੈਂਦੀ ਵੀ ਇਹ ਜਸਟੀਫਾਈਡ ਹੈ ਡਿਲੇ ਇਨ ਡਿਸਾਈਡਿੰਗ ਰਿਪਰੈਜ਼ੈਂਟੇਸ਼ਨ ਔਰ ਨਾਟ। ਜੇ ਡਿਲੇ ਹੋਵੇ ਤਾਂ ਇਟਸੈਲਫ ਇਜ਼ ਅ ਗਰਾਊਂਡ ਫॉर ਦਿਸ ਥਿੰਗ, ਜੀ। ਫॉर ਕੁਐਸ਼ਨਿੰਗ ਦੀ ਡਿਟੈਂਸ਼ਨ ਆਰਡਰ। ਮੈਂ ਇੱਕ ਆਖਰੀ ਸਵਾਲ ਲੈਣਾ ਚਾਹਾਂਗਾ, ਜਨਰਲ ਸਵਾਲ ਹੈ ਮੇਰਾ। ਜੋ ਇਹ ਅੰਮ੍ਰਿਤਪਾਲ ਦਾ ਇਨਸੀਡੈਂਟ ਵਾਪਰਿਆ ਹੈ, ਇਸ ਬਾਰੇ ਤੁਹਾਡਾ ਓਪੀਨੀਅਨ ਕੀ ਹੈ ਕਿ ਕੀ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਕਿ ਦੁਬਾਰਾ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ, ਕਿਉਂ ਇੱਕ ਮਜ਼ਬੂਤ ਸਰਕਾਰ ਪੰਜਾਬ 'ਚ ਹੈ, ਮਜ਼ਬੂਤ ਮੈਂਡੇਟ ਵਾਲੀ ਸਰਕਾਰ ਪੰਜਾਬ 'ਚ ਹੈ, ਦੁਬਾਰਾ ਖਾਲਿਸਤਾਨ ਦੀਆਂ ਗੱਲਾਂ ਹੋਣ ਲੱਗ ਪਈਆਂ, ਦੇਸ਼ ਨੂੰ ਵੱਖ ਕਰਨ ਦੀਆਂ ਗੱਲਾਂ ਹੋਣ ਲੱਗ ਪਈਆਂ, ਤੇ ਜੇ ਫੜਨਾ ਵੀ ਪਿਆ ਤਾਂ ਉਸ ਨੂੰ ਇੰਨਾ ਤੰਤਰ ਵਿਛਾ ਕੇ ਫੜਨਾ ਪਿਆ। ਤੇ ਉਸ ਤੋਂ ਪਹਿਲਾਂ ਉਹਦੀ ਬੈਕਡ੍ਰੌਪ 'ਚ ਅਜਨਾਲਾ ਘਟਨਾ ਵਾਪਰੀ। ਇੱਕ ਜਨਰਲ ਮੇਰਾ ਆਖਰੀ ਸਵਾਲ ਵੀ ਹੈ, ਜਨਰਲ ਵੀ ਹੈ, ਕਿ ਇਹਦੇ ਤੇ ਓਪੀਨੀਅਨ ਕੀ ਰੱਖਦੇ ਹੋ ਤੁਸੀਂ, ਕੀ ਇਹ ਟਾਲਿਆ ਜਾ ਸਕਦਾ ਸੀ ਸਾਰਾ ਕੁਝ? ਮੇਰੇ ਵਿਚਾਰ ਨਾਲ ਈਜ਼ੀਲੀ ਟਾਲਿਆ ਜਾ ਸਕਦਾ ਸੀ। ਜੇ ਕਿਸੇ ਬੰਦੇ ਨੂੰ ਤੁਸੀਂ ਅਰੈਸਟ ਕਰਨਾ, ਜੀ, ਤੁਸੀਂ ਇਹਨਾਂ ਆਮ-ਦਾਮ ਕਰਨ ਦੀ ਲੋੜ ਨਹੀਂ ਹੈਗੀ, ਉਹ ਈਜ਼ੀਲੀ ਜਿੱਥੇ ਬੈਠਾ ਸੀ ਉੱਥੇ ਜਾ ਕੇ ਅਰੈਸਟ ਕੀਤਾ ਜਾ ਸਕਦਾ ਸੀ। ਪਲੱਸ ਜੇ ਕਿਸੇ ਨੇ ਕੋਈ ਅਫੈਂਸ ਕਮਿਟ ਕੀਤੀ ਹੈ ਜਾਂ ਉਹ ਖਾਲਿਸਤਾਨ ਦੀ ਮੰਗ ਕੀਤੀ ਹੈ, ਜੋ ਗੈਰ ਕਾਨੂੰਨੀ ਮੰਗ ਹੈ ਜਾਂ ਉਹਦੇ 'ਚ ਕੋਈ ਅਫੈਂਸ ਬਣਦੀ ਹੈ, ਤੇ ਬੜਾ ਈਜ਼ੀ ਹੈ, ਤੁਸੀਂ ਕੇਸ ਰਜਿਸਟਰ ਕਰੋ। ਪਹਿਲਾਂ ਵੀ ਹੁੰਦੇ ਰਹੇ ਨੇ, 154 'ਚ ਵੀ ਹੋਏ ਨੇ, ਹੋਰ ਵੀ ਜਿਹੜੇ ਕੇਸਿਸ ਜਿਹੜੇ ਨੇ ਜਿਹੜਾ ਹੈਗੇ ਨੇ, ਉਹਦੇ 'ਚ ਸਟੈਂਡਰਡ ਲੇਡ ਡਾਊਨ ਹੈ ਕਿ ਕਦੋਂ ਤੁਸੀਂ ਇੱਕ ਡਿਮਾਂਡ ਜਿਹੜੀ ਹੈ, ਜੇ ਫਰਜ਼ ਕਰੋ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਈ ਸਟੇਟ ਕੋਈ ਕਰਨਾ ਚਾਹੁੰਦੇ ਹਾਂ, ਕਿਸੇ ਨੂੰ ਓਵਰਥਰੋ ਕਰਨਾ ਚਾਹੁੰਦੇ ਹਾਂ ਵਿਦ ਯੂਜ਼ ਆਫ ਫੋਰਸ, ਤਾਂ ਇਹੋ ਜਿਹੀ ਅਫੈਂਸ ਬਣਦੀ ਹੈ। ਜੇ ਤੁਸੀਂ ਸਿੰਪਲ ਡਿਮਾਂਡ ਰੱਖਦੇ ਹੋ ਜਾਂ ਕੋਈ ਤੁਹਾਡੀ ਇਹ ਹੈਗੀ ਹੈ ਕਿ ਜੀ ਸਾਨੂੰ ਕੋਈ ਵੱਖ ਚੀਜ਼ ਚਾਹੀਦੀ ਹੈ ਜਾਂ ਚਾਹੀਦੀ ਹੈ, ਉਹ ਮੇਰਾ ਖਿਆਲ ਉਸ ਪ੍ਰੀਵਿਊ 'ਚ ਨਹੀਂ ਆਉਂਦੀ। ਸ਼ਾਇਦ ਇੰਨਾ ਹੀ ਗੱਲਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਇੱਕ ਐਸਾ ਰਸਤਾ ਚੁਣਿਆ ਹੈ ਜਿਹੜਾ ਕਿ ਕੌਨਸਟੀਟਿਊਸ਼ਨਲੀ ਜਿਹੜਾ ਨਾ, ਇਹਦੀ ਬੜੀ ਸੀਰੀਅਸ ਡਿਬੇਟ ਹੋਈ ਸੀ ਜਦੋਂ ਇਹ ਪ੍ਰੀਵੈਂਟਿਵ ਡਿਟੈਂਸ਼ਨ ਦਾ ਪ੍ਰੋਵੀਜ਼ਨ ਵੀ ਰਿਟੇਨ ਕੀਤਾ ਗਿਆ ਸੀ ਕੌਨਸਟੀਟਿਊਸ਼ਨ ਦੇ ਵਿੱਚ। ਜੀ, ਜਦੋਂ ਬੰਗਾਲ ਵਾਲੀ ਤੁਸੀਂ ਗੱਲ ਦੱਸ ਰਹੇ ਹੋ। ਨਹੀਂ, ਉਸ ਤੋਂ ਪਹਿਲਾਂ ਜਦੋਂ ਇਟਸੈਲਫ ਆਰਟੀਕਲ 22 ਜਿਹੜਾ ਨਾ, ਉਹ ਆਥੋਰਾਈਜ਼ ਕਰਦਾ ਇਹ ਆਪਣਾ ਪਾਰਲੀਮੈਂਟ 'ਚ ਡਿਬੇਟ ਹੋਈ ਸੀ ਜਦੋਂ ਬਣਿਆ ਸੀ ਇਹ ਕਾਨੂੰਨ, ਜਦੋਂ ਬਣਿਆ ਸੀ 1980 'ਚ ਮੀਸ਼ਾ ਨੂੰ ਰਿਪਲੇਸ ਕੀਤਾ ਸੀ ਇਹਨੇ। ਨਹੀਂ, ਮੈਂ ਉਦੋਂ ਦੀ ਗੱਲ ਕਰ ਰਿਹਾ ਜਦੋਂ ਕਨਸਟੀਟਿਊਸ਼ਨ ਬਣਿਆ ਸੀ। ਓਕੇ, ਜਦੋਂ ਕਨਸਟੀਟਿਊਸ਼ਨ ਬਣਿਆ, ਉਹਨਾਂ ਨੇ ਇਹ ਕਿਹਾ ਸੀ ਕਿ ਪ੍ਰੀਵੈਂਟਿਵ ਡਿਟੈਂਸ਼ਨ ਦਾ ਪ੍ਰੋਵੀਜ਼ਨ ਰੱਖੀਏ ਕਿ ਨਹੀਂ ਰੱਖੀਏ। ਬੜੀ ਡਿਬੇਟ ਤੋਂ ਬਾਅਦ ਇਹ ਰੱਖਿਆ ਗਿਆ ਸੀ ਕਿ ਪ੍ਰੀਵੈਂਟਿਵ ਡਿਟੈਂਸ਼ਨ ਰੱਖ ਲਓ, ਪਰ ਸੇਫਗਾਰਡ ਜ਼ਰੂਰ ਪ੍ਰੋਵਾਈਡ ਕਰੋ। ਉਹਦੇ 'ਚ ਬਹੁਤ ਸਫੀਸ਼ੀਐਂਟ ਸੇਫਗਾਰਡ ਹੋਣੇ ਚਾਹੀਦੇ ਨੇ ਕਿ ਬੰਦੇ ਨੂੰ ਨਜਾਇਜ਼ ਨਾ ਹੋਵੇ। ਤੇ ਆਪਣਾ ਦੇਖਣ 'ਚ ਆਇਆ ਕਿ ਇਸ ਲੋਕਾਂ ਜਦੋਂ ਵੀ ਇਸ ਐਕਟ ਦਾ ਇਸਤੇਮਾਲ ਕੀਤਾ, ਜਾਂ ਮੀਸਾ ਦਾ ਕੀਤਾ ਜਿਸ ਵੀ ਗਵਰਨਮੈਂਟ ਨੇ ਕੀਤਾ, ਜਾਂ NSA ਦਾ ਕੀਤਾ, ਉਸ ਵੇਲੇ ਤਾਂ ਕਾਂਗਰਸ ਗਵਰਨਮੈਂਟ ਸੀ ਜਦੋਂ NSA ਦਾ ਇਸਤੇਮਾਲ ਮਤਲਬ ਬਹੁਤ ਪਿਛਲੀ ਵਾਰ ਹੋਇਆ ਪੰਜਾਬ ਹੋਇਆ, ਉਹਨੂੰ ਤੁਸੀਂ ਉਹ ਜਿਹੜਾ ਸੀ ਨਾ, ਉਹ ਸੇਫਗਾਰਡ ਜਿਹੜੇ ਸੀ ਨਾ, ਉਹਨਾਂ ਕਰਕੇ ਮੇਰੇ ਖਿਆਲ ਮੈਜੋਰਿਟੀ ਆਫ ਦੀ ਡਿਟੈਂਸ਼ਨ ਜਿਹੜੀਆਂ ਨਾ ਕੁਐਸ਼ ਹੋ ਜਾਂਦੀਆਂ ਸੀ। ਇਹਦੇ ਨਾਲ ਦਾ ਇੱਕ ਐਕਟ ਹੈਗਾ ਕਾਫੀ ਪੋਸਾ ਐਕਟ, ਜਿਹੜਾ ਸਮਗਲਰਸ ਤੇ ਲੱਗਦਾ, ਉਹਦੇ 'ਚ ਵੀ ਸੇਮ ਪ੍ਰੋਵੀਜ਼ਨ ਨੇ, ਉਹ ਵੀ ਪ੍ਰੀਵੈਂਟਿਵ ਡਿਟੈਂਸ਼ਨ ਕਰ ਸਕਦੇ ਵੀ ਸਮਗਲਿੰਗ ਐਕਟੀਵਿਟੀਜ਼ ਤੋਂ ਕਿਸੇ ਨੂੰ ਰੋਕਣਾ ਤੇ ਤੁਸੀਂ ਡਿਟੇਨ ਕਰ ਲਿਆ।
ਉਹ ਵੀ ਮੈਜੋਰਿਟੀ ਆਫ ਦੀ ਕੇਸਿਸ ਉਹ ਜਿਹੜੇ ਨੇ ਨਾ ਕਾਫੀ ਪੋਸਾ ਵਾਲੇ ਵੀ ਉਹ ਸਸਟੇਨ ਨਹੀਂ ਹੋ ਪਾਉਂਦੇ ਕਿਉਂਕਿ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ ਕਿਉਂਕਿ ਇਹਨੂੰ ਲਾਉਣ ਲੱਗਿਆ ਜਿਹੜਾ ਨਾ ਉਹ ਇੰਟੈਂਸ਼ਨ ਜਿਹੜੀ ਹੁੰਦੀ ਹੈ ਨਾ ਉਹ ਸੀਰੀਅਸ ਨਹੀਂ ਹੁੰਦੀ ਮਤਲਬ ਤੁਹਾਡੀ ਤੁਸੀਂ ਨਾ ਉਹਨੂੰ ਬੇਸਿਕਲੀ ਤੁਹਾਨੂੰ ਹੁੰਦਾ ਕਿ ਕਿਸੇ ਤਰ੍ਹਾਂ ਇਹਨੂੰ ਕਰ ਲਈਏ ਬਣਾ ਲੈਂਦੇ ਹੋ ਕਹਾਣੀਆਂ ਬਣਾ ਲੈਂਦੇ ਹੋ ਝੂਠੀਆਂ ਰਿਪੋਰਟਾਂ ਬਣਾ ਲੀਆਂ ਇੰਟੈਲੀਜੈਂਸ ਰਿਪੋਰਟ ਬਣਾ ਲੀਆਂ ਉਸ ਬੇਸਿਸ ਤੇ ਤੁਸੀਂ ਇਹ ਪ੍ਰੀਵੈਂਟਿਵ ਜੋ ਸੇਫਗਾਰਡ ਉਦੋਂ ਸੋਚੇ ਗਏ ਸੀ ਜਦੋਂ ਬਣਾਇਆ ਗਿਆ ਸੀ ਹਾਂ, ਭਾਰਤੀ ਉਹ ਨਹੀਂ- ਸੰਵਿਧਾਨ ਉਹ ਲਿਖਿਆ ਗਿਆ ਧਿਆਨ ਨਹੀਂ ਉਹੀ ਰੱਖੇ ਕੰਮ ਆ ਰਹੇ ਨੇ ਹੁਣ ਉਹ- ਉਹ ਸੇਫਗਾਰਡ ਹੀ ਅੜਿੱਕਾ ਬਣਦੇ ਨੇ ਨਾ ਫਿਰ ਜੇ ਅਗਰ ਸੈਟੀਸਫਾਈਡ ਹੁੰਦਾ ਹੈ ਤੇ ਬਿਲਕੁਲ ਬਿਲਕੁਲ ਉਹ ਸੇਫਗਾਰਡ ਹੈ ਸੁਪਰੀਮ ਕੋਰਟ ਨੇ ਵੀ ਜਿਹੜਾ ਏ.ਕੇ. ਰॉय ਦੇ ਕੇਸ ਵੀ ਜਿਹੜਾ ਸਸਟੇਨ ਕੀਤਾ ਸੀ ਜੀ ਉਹਦੇ ਵਿੱਚ ਉਹਨਾਂ ਨੇ ਬੇਸਿਕਲੀ ਇਸੇ ਕਰਕੇ ਕੀਤਾ ਸੀ ਕਿ ਸਫੀਸ਼ੀਐਂਟ ਸੇਫਗਾਰਡਸ ਹੈ ਨੇ ਜੀ ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਇਹ ਕਨਸਟੀਟਿਊਸ਼ਨਲੀ ਵੈਲਿਡ ਹੈ ਐਨਐਸਏ ਜਿਹੜਾ ਜੀ ਜੀ ਅਸੀਂ ਗੱਲਬਾਤ ਕੀਤੀ ਹੈ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਉਹਨਾਂ ਨਾਲ ਅਸੀਂ ਗੱਲ ਤਾਂ ਸ਼ੁਰੂ ਕੀਤੀ ਸੀ ਇਹਨਾਂ ਦੇ ਸਹੁਰਾ ਸਾਹਿਬ ਮਰਹੂਮ ਸੁਖਜਿੰਦਰ ਸਿੰਘ ਖਹਿਰਾ ਉਹਨਾਂ ਦੇ ਕੇਸ ਤੋਂ ਜੋ ਕਿ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਜੀ ਸਨ ਉਹਨਾਂ ਤੇ ਐਨਐਸਏ ਲੱਗਿਆ ਸੀ ਤੇ ਉਹਨਾਂ ਨੂੰ ਵੀ ਚੰਡੀਗੜ੍ਹ ਤੋਂ ਹੀ ਚੁੱਕ ਕੇ ਪੰਜਾਬ ਤੋਂ ਚੁੱਕ ਕੇ ਉਸ ਵਕਤ 1987 ਦੇ ਵਿੱਚ ਅਗਰਤਲਾ ਦੀ ਜੇਲ੍ਹ 'ਚ ਲੈ ਗਏ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੱਧ ਪ੍ਰਦੇਸ਼ ਤੇ ਗੁਰਚਰਨ ਸਿੰਘ ਟੌੜਾ ਨੂੰ ਵੀ ਮੱਧ ਪ੍ਰਦੇਸ਼ ਲੈ ਗਏ ਸੀ ਪਰ ਇਸ ਦੀ ਬੈਕਡ੍ਰੌਪ 'ਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਐਨਐਸਏ ਦੇ ਤਹਿਤ ਕਾਰਵਾਈ ਕਿੱਦਾਂ ਹੁੰਦੀ ਹੈ ਕਿਸ ਤਰ੍ਹਾਂ ਕਿਸੇ ਬੰਦੇ ਦੀ ਜਿਹੜੀ ਹੈਗੀ ਮੁੜ ਕੇ ਬੰਦ ਖਲਾਸੀ ਹੁੰਦੀ ਹੈ ਕਾਨੂੰਨ ਕੀ ਕਹਿੰਦਾ ਹੈ ਤੇ ਖਾਸ ਕਰ ਉਹਨਾਂ ਵਾਸਤੇ ਜੋ ਸਾਡੇ ਵਰਗੇ ਪੱਤਰਕਾਰੀ ਦੇ ਵਿਦਿਆਰਥੀ ਨੇ ਜੋ ਰਾਜਨੀਤੀ ਦੇ ਵਿਦਿਆਰਥੀ ਨੇ ਜਾਂ ਜੋ ਕਾਨੂੰਨ ਦੇ ਵਿਦਿਆਰਥੀ ਨੇ ਆਪਾਂ ਇੱਕ ਤਰ੍ਹਾਂ ਨਾਲ ਇਹ ਇੱਕ ਡਿਜੀਟਲ ਲਾਇਬ੍ਰੇਰੀ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੋ ਕੇਸ 30 ਸਾਲ ਦੇ ਵਖਰੇਵੇਂ ਵਾਲੇ ਜਿਹੜਾ 30 ਸਾਲ ਦੇ ਜਿਹੜੇ ਗੈਪ ਵਾਲੇ ਜਿਹੜੇ ਦੋ ਕੇਸ ਚੱਕੇ ਨੇ ਇੱਕ ਅੰਮ੍ਰਿਤਪਾਲ ਦੇ ਸਾਥੀਆਂ ਵਾਲਾ ਕੇਸ ਜਿਸ 'ਚ ਹੁਣ ਡਿਬਰੂਗੜ੍ਹ ਜੇਲ੍ਹ ਅਸਾਮ 'ਚ ਬੰਦ ਨੇ ਬੰਦੇ ਤੇ ਇੱਕ 1987 ਦਾ ਕੇਸ ਤੇ ਇਹਨਾਂ ਦੇ ਵਿੱਚ ਕੀ ਜਿਹੜਾ ਅੱਗੇ ਜਾ ਕੇ ਫਿਰ ਸਾਹਮਣਾ ਕਰਨਾ ਪੈਂਦਾ ਖਾਸ ਕਰ ਜੋ ਬੰਦੇ ਫੜੇ ਗਏ ਨੇ ਨਜ਼ਰਬੰਦ ਕੀਤੇ ਗਏ ਨੇ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੈ ਸਰਕਾਰਾਂ ਨੂੰ ਫਿਰ ਅੱਗੇ ਜਾ ਕੇ ਕੀ ਭੁਗਤਣਾ ਪੈਂਦਾ ਅਸੀਂ ਇੱਕ ਇਸ ਤਰ੍ਹਾਂ ਦੇ ਇੱਕ ਜਿਹੜਾ ਹੈ ਆਜ਼ਾਦਾਨਾ ਤੌਰ ਦੇ ਉੱਤੇ ਨਿਰਪੱਖਤਾ ਰੱਖਦੇ ਹੋਏ ਅਸੀਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਬਣਨ ਵਾਸਤੇ ਤੇ ਇੰਨੀ ਜਾਣਕਾਰੀ ਸਾਂਝੀ ਕਰਨ ਵਾਸਤੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ